ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕੌਮਾਂਤਰੀ ਸ਼ਖਸੀਅਤਾਂ ਜਿਨ੍ਹਾਂ ਦੀ ਬੜੀ ਵੱਡੀ ਦੇਣ ਹੁੰਦੀ ਹੈ ਅਤੇ ਉਹਨਾਂ ਦੇ ਵੱਲੋਂ ਕੀਤੇ ਕੰਮਾਂ ਨੇ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ, ਉਹਨਾਂ ਬਾਰੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਮੀਡੀਆ ਦਾ ਇਹ ਮੰਚ ਅਸੀਂ ਜਿੱਥੇ ਆਪਸੀ ਮੁੱਦਿਆਂ ਦੇ ਉੱਪਰ ਕੇਂਦਰਿਤ ਕਰਦੇ ਹਾਂ, ਉੱਥੇ ਇਹਨਾਂ ਮੁੱਦਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹਨਾਂ ਵਿੱਚੋਂ ਕੁਝ ਨਾਮ, ਜਿਨ੍ਹਾਂ 'ਚੋਂ ਇੱਕ ਨਾਮ ਹੈ ਮਾਰਟਨ ਲੂਥਰ ਕਿੰਗ। ਇੱਕ ਉਹ ਸ਼ਖਸੀਅਤ ਜਿਹੜੀ ਅਮਰੀਕਾ ਦੀ ਧਰਤੀ 'ਤੇ ਜਨਮੀ ਸਨ 1929 ਦੇ ਵਿੱਚ 15 ਜਨਵਰੀ ਦਾ ਦਿਨ, ਇਤਿਹਾਸ ਦਾ ਉਹ ਦਿਨ ਜਿਸ ਦਿਨ ਮਾਰਟਨ ਲੂਥਰ ਕਿੰਗ ਦੀ ਆਮਦ ਹੋਈ ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਕੁਰਬਾਨੀ ਦਿੱਤੀ, ਇਤਿਹਾਸ ਬਦਲਿਆ, ਨਸਲਵਾਦ ਦੇ ਖਿਲਾਫ, ਸਿਆਹ ਲੋਕਾਂ ਦੇ ਖਿਲਾਫ, ਧੱਕੇਸ਼ਾਹੀ ਖਿਲਾਫ ਲੜੇ। ਉਸ ਨੂੰ ਅੱਜ ਦੇ ਸਮੇਂ 'ਚ ਕਿਵੇਂ ਪ੍ਰਸੰਗਿਕ ਮੰਨਦੇ ਹਾਂ? ਅੱਜ ਨਸਲਵਾਦ ਜਿਹੜਾ ਹੈ ਕਿਸ ਤਰ੍ਹਾਂ ਦਾ ਇੱਕ ਦੈਂਤ ਰੂਪ ਦੇ ਵਿੱਚ ਫੈਲਿਆ ਹੋਇਆ। ਇਸ ਤਰ੍ਹਾਂ ਮਾਰਟਿਨ ਨੋਮੀਲਰ ਇੱਕ ਐਸੀ ਸ਼ਖਸੀਅਤ ਜਿਹੜੇ ਜਰਮਨੀ 'ਚ ਜਨਮੇ, ਜਿਹੜੇ ਕਿ 14 ਜਨਵਰੀ 1892 ਨੂੰ ਜਿਨ੍ਹਾਂ ਦਾ ਜਨਮ ਹੋਇਆ, ਅਤੇ ਉਹਨਾਂ ਨੇ ਇੱਕ ਬੜਾ ਵੱਡਾ ਨਾਅਰਾ ਦਿੱਤਾ ਸੀ, ਜਿਨ੍ਹਾਂ ਦੀ ਕਵਿਤਾ ਜਿਹੜੀ ਹੈ ਲੋਕ ਮਾਨਸਿਕਤਾ ਦੇ ਵਿੱਚ ਘਰ ਕਰ ਚੁੱਕੀ ਹੈ ਕਿ ਇੱਕ 'ਤੇ ਹਮਲਾ ਕਰਨ ਆਏ ਤਾਂ ਉਸ ਵੇਲੇ ਅਸੀਂ ਨਾ ਬੋਲੇ, ਦੂਜੇ 'ਤੇ ਹਮਲਾ ਕਰਨ ਆਏ ਪਹਿਲਾਂ ਨਾ ਬੋਲਿਆ, ਆਖਿਰਕਾਰ ਜਦੋਂ ਮੇਰੇ 'ਤੇ ਹਮਲਾ ਕਰਨ ਆਏ ਤਾਂ ਮੇਰੇ ਲਈ ਆਵਾਜ਼ ਉਠਾਉਣ ਵਾਲਾ, ਬੋਲਣ ਵਾਲਾ ਕੋਈ ਨਾ ਬਚਿਆ। ਉਹ ਕਵਿਤਾ ਐਕਚੁਅਲ ਕਿਹੜੇ ਰੂਪ ਦੇ ਵਿੱਚ ਹੈ ਉਹ ਵੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਦੀ ਸਾਂਝ ਦੇ ਨਾਲ ਨਾਲ ਇੱਕ ਇਹੋ ਜਿਹਾ ਸਫ਼ਰ ਜਿਸ ਦੇ ਵਿੱਚ ਅਸੀਂ ਅੱਜ ਦੇਖਦੇ ਹਾਂ ਕਿ ਦੁਨੀਆ 'ਚ ਕਿਸ ਤਰ੍ਹਾਂ ਰੇਸਿਜ਼ਮ ਦਾ ਮਾਹੌਲ ਹੈ, ਕਿਸ ਤਰੀਕੇ ਨਾਲ ਲੋਕ ਜਿਹੜੇ ਹੱਕਾਂ ਲਈ ਲੜ ਰਹੇ ਨੇ ਉਹ ਜੇਲ੍ਹਾਂ 'ਚ ਸੜ ਰਹੇ ਨੇ, ਕਿਵੇਂ ਜਿਹੜਾ ਵੱਖ-ਵੱਖ ਦੇਸ਼ਾਂ ਦੇ ਵਿੱਚ ਧੱਕੇਸ਼ਾਹੀ ਲਗਾਤਾਰ ਜਾਰੀ ਹੈ। ਮਾਰਟਨ ਲੂਥਰ ਕਿੰਗ ਦੀ ਦੇਣ ਅੱਜ ਦੇ ਸਮੇਂ 'ਚ ਕਿਵੇਂ ਪ੍ਰਸੰਗਿਕ ਹੈ, ਇਸ ਵਿਸ਼ੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ। ਸਾਡੇ ਮਹਿਮਾਨ ਨੇ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਇਹਨਾਂ ਸ਼ਖਸੀਅਤਾਂ ਬਾਰੇ ਲਗਾਤਾਰ ਲਿਖਿਆ ਵੀ ਹੈ ਅਤੇ ਅਕਸਰ ਵਿਚਾਰਾਂ ਦੇ ਰਾਹੀਂ ਇਹ ਸਾਂਝ ਪਾਉਂਦੇ ਰਹਿੰਦੇ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ। ਧੰਨਵਾਦ ਜੀ। ਦੋ ਅਹਿਮ ਸ਼ਖਸੀਅਤਾਂ ਮਾਰਟਨ ਲੂਥਰ ਕਿੰਗ, ਮਾਰਟਨ ਨੋਮੀਲਰ, ਉਹਨਾਂ ਦੇ ਜਨਮ ਦਿਨ ਦੀਆਂ ਤੁਹਾਨੂੰ ਵੀ ਵਧਾਈਆਂ ਅਤੇ ਉਹਨਾਂ ਬਾਰੇ ਗੱਲ ਕਰਨ ਲਈ ਸਮਾਂ ਦੇਣ ਲਈ ਧੰਨਵਾਦ। ਧੰਨਵਾਦ, ਤੁਹਾਡਾ ਮੌਕਾ ਦੇ ਰਹੇ ਹੋ। ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਵੀ ਵਧਾਈ ਹੋਵੇ। ਦੋ ਮਾਰਟਿਨਾਂ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਅੱਜ ਜੀ। ਇੱਕ ਦਾ 14 ਨੂੰ ਜਨਮ ਹੋਇਆ, ਇੱਕ ਦਾ 15 ਨੂੰ ਹੋਇਆ, ਇੰਨਾ ਹੀ ਫਰਕ ਹੈ। ਇੱਕ ਦਾ ਜਰਮਨੀ ਨਾਲ ਸੰਬੰਧ ਸੀ, ਦੂਜਾ ਦਾ ਅਮਰੀਕਾ ਨਾਲ। ਇੱਕ ਸਿਆਹ ਨਸਲ ਦਾ ਕਾਰਕੁਨ ਸੀ, ਬੜੇ ਵੱਡੇ ਕੱਦ ਵਾਲਾ। ਇੱਕ ਜਿਹੜਾ ਬਾਅਦ 'ਚ ਪਹਿਲੋਂ ਈਸਾਈ ਪ੍ਰਚਾਰਕ ਸੀ, ਮਗਰੋਂ ਜਾ ਕੇ ਉਹ ਆਪਣੇ ਮਗਰਲੇ ਜੀਵਨ ਦੇ ਵਿੱਚ ਐਕਟਿਵਿਸਟ ਹੋਣੇ ਬੜਿਆ, ਜਿਹੜਾ ਕਿ ਨਾਜ਼ੀਆਂ ਦੇ ਖਿਲਾਫ ਡਟਿਆ। ਹਾਲਾਂਕਿ ਸ਼ੁਰੂ ਵਿੱਚ ਨਾਜ਼ੀਆਂ ਦੀ ਹਮਾਇਤ ਕਰਦਾ ਸੀ, ਪਰ ਬਾਅਦ ਪਰਿਸਥਿਤੀਆਂ ਇਹੋ ਜਿਹੀ ਬਣੀਆਂ ਕਿ ਉਸ ਵਿੱਚ ਤਬਦੀਲੀ ਆਈ ਔਰ ਬਹੁਤ ਇੱਕ ਪ੍ਰੋਗਰੈਸ਼ਨ ਵੇਖਣ ਨੂੰ ਮਿਲੀ, ਜਿਸ ਦੇ ਚਲਦਿਆਂ ਉਸਨੇ ਅੱਗੇ ਜਾ ਕੇ ਯਹੂਦੀਆਂ ਲਈ, ਬਾਕੀਆਂ ਲਈ ਖੜਨਾ ਸ਼ੁਰੂ ਕਰ ਦਿੱਤਾ। ਔਰ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਤਾਂ ਕਾਫੀ ਗੁਰਦੇ 'ਚ ਮਿਲਿਆ ਸੀਗਾ। ਉਹਨਾਂ ਦੇ ਪਿਤਾ ਜੀ ਵੀ ਖੁਦ ਸਿਵਲ ਰਾਈਟਸ ਮੂਵਮੈਂਟ ਨਾਲ ਜੁੜੇ ਹੋਏ ਸੀ। ਬਾਅਦ ਜਦੋਂ ਉਹ ਖੁਦ ਉਹਨਾਂ ਨੇ ਨਸਲਵਾਦ ਹੰਢਾਇਆ ਅਤੇ ਬਾਅਦ 'ਚ ਜਿਵੇਂ ਵੱਡੇ ਹੋਏ, ਫਿਰ ਇੱਕ ਬਹੁਤ ਵੱਡੇ ਕੱਦਾਵਰ ਨੇਤਾ ਬਣੇ ਉਸ ਮੁਹਿੰਮ ਦੇ, ਔਰ ਜਿਨ੍ਹਾਂ ਦਾ ਅੱਗੇ ਜਾ ਕੇ ਕਤਲ ਹੁੰਦਾ। ਸੋ ਇਹ ਦੋਨੇ ਸ਼ਖਸੀਅਤਾਂ ਨੇ ਆਪੋ ਆਪਣੇ ਢੰਗ ਨਾਲ ਨਸਲਵਾਦ ਦੇ ਖਿਲਾਫ, ਦਮਨ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਪਰ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਕੇਸ ਤਾਂ ਕਰਕੇ ਵੱਖਰਾ ਕਿ ਖੁਦ ਉਹ ਸਿਆਹ ਨਸਲ ਦੇ ਹੋਣ ਕਰਕੇ ਉਹਨਾਂ ਨੇ ਅਨੇਕਾਂ ਕਿਸਮ ਦੀਆਂ ਚੁਣੌਤੀਆਂ ਨੂੰ ਆਪਣੇ ਪਿੰਡੇ 'ਤੇ ਹੰਢਾਇਆ, ਛੋਟੀ ਉਮਰ ਤੋਂ ਲੈ ਕੇ ਵਡੇਰੀ ਉਮਰ ਤੱਕ। ਜਿੱਥੋਂ ਤੱਕ ਮਾਰਟਿਨ ਨੋਮੀਲਰ ਦਾ ਸਵਾਲ ਹੈ, ਉਹ ਕਿਉਂਕਿ ਇੱਕ ਠੀਕ ਠਾਕ ਜਿਹੇ ਪਰਿਵਾਰ 'ਚੋਂ ਆਏ, ਖੁਦ ਈਸਾਈ ਪ੍ਰਚਾਰਕ ਸੀ, ਨਾਜ਼ੀਆਂ ਦੇ ਪ੍ਰਭਾਵ 'ਚ ਵੀ ਰਹੇ ਨੇ। ਉਹਨਾਂ ਦੇ ਬਾਅਦ 'ਚ ਤਬਦੀਲੀ ਆਈ ਉਹਨਾਂ ਦੇ ਵਿੱਚ, ਪਰ ਉਹਨਾਂ 'ਚ ਇੰਨਾ ਕੀ ਅੰਤਰ ਹੈ। ਪਰ ਲੜਾਈ ਮੁੱਖ ਤੌਰ 'ਤੇ ਦੋਨਾਂ ਦੀ ਹੀ ਨਸਲਵਾਦ ਦੇ ਖਿਲਾਫ ਸੀ, ਕਿਸੇ ਨਾ ਕਿਸੇ ਰੂਪ 'ਚ। ਜਦੋਂ ਅਸੀਂ ਵਿਸ਼ੇਸ਼ ਤੌਰ 'ਤੇ ਮਾਰਟਿਨ ਲੂਥਰ ਕਿੰਗ ਦੀ ਗੱਲਬਾਤ ਕਰਦੇ ਹਾਂ ਅਤੇ ਕਰਨੀ ਵੀ ਹੈ, ਹਵਾਲੇ ਦੇ ਤੌਰ 'ਤੇ ਪਹਿਲਾਂ ਮਾਰਟਿਨ ਨੋਮੀਲਰ ਦੀ ਜਿਹੜੀ ਕਵਿਤਾ ਬੜੀ ਲੋਕ ਪ੍ਰਸਿੱਧ ਹੈ, ਮੈਂ ਚਾਹਾਂਗਾ ਕਿ ਸ਼ੁਰੂਆਤ ਦੇ ਵਿੱਚ ਉਸ ਦੀ ਸਾਂਝ ਪਾਈਏ, ਅਖੀਰ ਦੇ ਵਿੱਚ ਉਸ ਨੂੰ ਅੱਜ ਦੇ ਸਮੇਂ 'ਚ ਜਿਵੇਂ ਪ੍ਰਸੰਗਿਕ ਹੈ, ਕੁਝ ਸ਼ਾਇਰਾਂ ਨੇ ਉਵੇਂ ਵੀ ਛੋਹਿਆ, ਉਹ ਵੀ ਗੱਲਬਾਤ ਕਰਾਂਗੇ। ਦੇਖੋ, ਉਸ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਉਹਦੀ ਪ੍ਰਸੰਗਤਾ ਸਦਾ ਹੀ ਰਹੂਗੀ, ਕਿਉਂਕਿ ਔਰ ਜੋ ਉਹਨਾਂ ਦੀ ਜ਼ਿੰਦਗੀ 'ਚ ਉਤਰਾਅ ਚੜ੍ਹਾਏ, ਐਕਚੁਅਲੀ ਉਸ ਕਵਿਤਾ ਦੇ ਵਿੱਚ ਉਹ ਉਸ ਤਰ੍ਹਾਂ ਰੂਪ 'ਚ ਨਜ਼ਰ ਵੀ ਆਉਂਦੇ। ਜੋ ਉਹ ਕਹਿ ਰਹੇ ਨੇ ਇੱਕ ਤਰੀਕੇ ਨਾਲ ਉਹ ਖੁਦ ਕਬੂਲ ਰਹੇ ਨੇ ਇਸ ਗੱਲ ਨੂੰ ਕਿ ਇੱਦਾਂ ਉਹ ਸੋਚਦੇ ਸੀ ਜੀ। ਕਿਉਂਕਿ ਜਦੋਂ ਸ਼ੁਰੂ ਵਿੱਚ ਇਹ ਨਾਜ਼ੀਆਂ ਦੇ ਪ੍ਰਭਾਵ ਥੱਲੇ ਵੀ ਸੀਗੇ, ਖੁਦ ਇੱਕ ਈਸਾਈ ਪ੍ਰਚਾਰਕ ਸੀ, ਯਹੂਦੀ ਨਾਲ ਕਿੰਨਾ ਕੁਛ ਹੋ ਰਿਹਾ ਸੀਗਾ, ਇਹਨਾਂ ਨੇ ਪਰਵਾਹ ਨਹੀਂ ਕੀਤੀ। ਟ੍ਰੇਡ ਯੂਨੀਵਰਸਿਟੀ 'ਤੇ ਵੀ ਹਿਟਲਰ ਨੇ ਹਮਲੇ ਕੀਤੇ, ਪਰਵਾਹ ਨਹੀਂ ਕੀਤੀ ਇਹਨਾਂ ਨੇ। ਅਖੀਰ 'ਚ ਹਾਲਾਤ ਇਹ ਬਣ ਗਏ ਕਿ ਜਦੋਂ ਆਪਣੀ ਹੋਂਦ ਦਾ ਖਤਰਾ ਪੈ ਗਿਆ, ਫਿਰ ਇਹਨਾਂ ਅੱਖਾਂ ਖੁੱਲ੍ਹੀਆਂ। ਉਸ ਤੋਂ ਬਾਅਦ ਇਹ ਨਾਜ਼ੀਆਂ ਦੇ ਬਿਲਕੁਲ ਉਲਟ ਭੁਗਤੇ। ਇਹ ਅਸਲੀਅਤ ਹੈ, ਔਰ ਇਹੀ ਗੱਲ ਉਹਨਾਂ ਨੇ ਉਸ ਕਵਿਤਾ ਦੇ ਰੂਪ ਵਿੱਚ ਵੀ ਕਹੀ ਹੈ ਕਿ ਜਦੋਂ ਪਹਿਲਾਂ ਉਹ ਟ੍ਰੇਡ ਯੂਨੀਅਨਿਸਟਾਂ ਦੇ ਮਗਰ ਆਏ ਤਾਂ ਮੈਂ ਕੁਝ ਨਾ ਕਿਹਾ ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀ। ਫਿਰ ਉਹ ਜਿਪਸੀਆਂ ਦੇ ਮਗਰ ਆਏ, ਮੈਂ ਤਾਂ ਵੀ ਕੁਝ ਨਾ ਕਿਹਾ ਕਿਉਂਕਿ ਮੈਂ ਜਿਪਸੀ ਨਹੀਂ ਸੀ। ਫਿਰ ਉਹ ਯਹੂਦੀਆਂ ਦੇ ਮਗਰ ਆਏ, ਮੈਂ ਤਾਂ ਵੀ ਕੁਝ ਨਾ ਕਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ।
ਫਿਰ ਜਦੋਂ ਮੇਰੇ ਵੱਲ ਆਏ ਤਾਂ ਮੇਰੇ ਲਈ ਕੋਈ ਆਵਾਜ਼ ਚੁੱਕਣ ਵਾਲਾ ਨਾ ਰਿਹਾ। ਵਾਹ। ਸੋ ਇਹ ਹਕੀਕਤ ਅੱਜ ਵੀ ਹੈ। ਹੁਣ ਜਿਵੇਂ 84 ਵਿੱਚ ਕਤਲੇਆਮ ਸਿੱਖਾਂ ਦਾ ਹੋਇਆ, ਬਾਕੀ ਨਹੀਂ ਬੋਲੇ। ਉਸ ਤੋਂ ਬਾਅਦ 2002 ਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਬਾਕੀ ਨਹੀਂ ਬੋਲੇ। ਫਿਰ 2008 ਚ ਕ੍ਰਿਸਚਨਾਂ ਦੇ ਹਮਲੇ ਹੋਏ, ਔਰ ਅੱਜ ਵੇਖ ਲਓ ਅੱਜ ਹਿੰਦੁਸਤਾਨ 'ਚ ਸਾਰੀਆਂ ਘੱਟ ਗਿਣਤੀਆਂ ਨਿਸ਼ਾਨੇ 'ਤੇ ਨੇ ਜੀ। ਸੋ ਜ਼ਮੀਨ ਕਿਸ ਨੇ ਤਿਆਰ ਕੀਤੀ ਹੈ? ਸੋ ਇਹ ਜਿਹੜੀ ਇੱਕ ਸਮਾਜਿਕ ਜ਼ਿੰਮੇਵਾਰੀ ਤੋਂ ਭੱਜਣਾ, ਜਿਵੇਂ ਇੱਕ ਹੁੰਦੀ ਨਾ ਪਹੁੰਚ ਕੇ ਇੱਕ ਤੇ ਹਮਲਾ ਸਭ ਤੇ ਹਮਲਾ, ਉਹ ਸਪਿਰਿਟ ਦਾ ਅਲੋਪ ਹੋਣਾ ਸਮੱਸਿਆ ਦੀ ਜੜ੍ਹ ਆ। ਸੋ ਮਾਰਟਿਨ ਨੋਮਲਰ ਨੇ ਬਿਲਕੁਲ ਉਸ ਦੇ ਉੱਤੇ ਸੂਈ ਧਰੀ ਹੈ, ਪਰ ਆਪਣੇ ਅਨੁਭਵਾਂ ਵਿੱਚੋਂ ਲੰਘ ਕੇ। ਇਹ ਗੱਲ ਵਿਚਾਰਨ ਵਾਲੀ ਹੈ। ਮਾਰਟਿਨ ਨੋਮਲਰ ਜੇ ਪਹਿਲੇ ਦਿਨ ਤੋਂ ਹੀ ਖੜ ਜਾਂਦੇ ਇੱਕ ਪਾਸੇ ਲਕੀਰ ਦੇ, ਤਾਂ ਸ਼ਾਇਦ ਇੰਨੇ ਉਹਨਾਂ ਨੂੰ ਭਿਆਨਕ ਦੌਰ 'ਚ ਨਾ ਗੁਜ਼ਰਨਾ ਪੈਂਦਾ। ਕਿਉਂਕਿ ਮੈਨੂੰ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ, ਜਿਹੜਾ ਘਰ ਉੱਥੇ ਅਜਾਇਬ ਘਰ 'ਚ ਤਬਦੀਲ ਕੀਤਾ ਪਿਆ ਜਰਮਨੀ 'ਚ, ਬਰਲਿਨ ਵਿਖੇ, ਜਿਹੜੀ ਇੱਕ ਬੰਦੀ ਗਾਹ 'ਚ ਰੱਖਿਆ ਗਿਆ ਉਹਨਾਂ ਨੂੰ ਤੇ ਯਹੂਦੀਆਂ ਨੂੰ, ਉੱਥੇ ਵੀ ਜਾਣ ਦਾ ਮੈਨੂੰ ਮੌਕਾ ਮਿਲਿਆ। ਸੋ ਉਹ ਇੱਕ ਸ਼ਖਸੀਅਤ ਇਹੋ ਸੀ ਜਿਸ ਦੀ ਕਥਨ ਅੱਜ ਵੀ ਪ੍ਰਸੰਗਕ ਨੇ, ਪਰ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਜਾ ਕੇ ਠੋਕ ਵਜਾ ਕੇ ਨਾਜ਼ੀਆਂ ਦੇ ਖਿਲਾਫ ਵੀ ਉਹ ਰਹੇ। ਜਿਹੜਾ ਸੰਸਾਰ ਭਰ ਵਿੱਚ ਜੋ ਵੱਡੀਆਂ ਤਾਕਤਾਂ ਕਰ ਰਹੀਆਂ ਸੀ ਉਹਦੇ ਖਿਲਾਫ ਵੀ ਬੋਲਦੇ ਰਹੇ ਨੇ, ਜੰਗਾਂ ਦੇ ਖਿਲਾਫ ਬੋਲਦੇ ਰਹੇ। ਬਹੁਤ ਵੱਡੀ ਤਬਦੀਲੀ ਉਹਨਾਂ 'ਚ ਆਈ ਬਾਅਦ 'ਚ। ਪਰ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਤਾਂ ਬਿਲਕੁਲ ਇਤਿਹਾਸ ਹੀ ਵੱਖਰਾ। ਅਸੀਂ ਜਿਵੇਂ ਤੁਸੀਂ ਮਾਰਟਿਨ ਨੋਮਲਰ ਦੀ ਗੱਲ ਕੀਤੀ, ਯਕੀਨਨ ਤੌਰ 'ਤੇ ਅਸੀਂ ਇਸ ਗੱਲ 'ਤੇ ਵਿਸ਼ਵਾਸ ਕਰਦੇ ਹਾਂ ਕਿ ਜਦੋਂ ਹਮਲਾ ਕਿਸੇ ਖਾਸ ਵਰਗ, ਸ਼੍ਰੇਣੀ ਜਾਂ ਰੰਗ 'ਤੇ ਹੁੰਦਾ ਹੈ ਤਾਂ ਦੂਸਰੇ ਜਾਂ ਤਾਂ ਤਮਾਸ਼ਬੀਨ ਬਣ ਜਾਂਦੇ ਨੇ ਜਾਂ ਜ਼ੁਬਾਨ ਬੰਦ ਕਰ ਲੈਂਦੇ ਨੇ। ਇਹ ਬਹੁਤ ਵਾਰ ਵੇਖਣ ਨੂੰ ਮਿਲਿਆ ਇਤਿਹਾਸ ਵਿੱਚ। ਸਾਡੇ ਆਪਣੇ ਇਸ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਵਿੱਚੋਂ ਹੀ ਹਵਾਲਿਆਂ ਦੇ ਤੌਰ 'ਤੇ ਜੇ ਅਸੀਂ 84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ 'ਤੇ ਦੇਖਦੇ ਹਾਂ ਤੇ ਦੇਸ਼ ਦਾ ਜਿਹੜਾ ਬਾਕੀ ਹਿੱਸਾ ਕਿਵੇਂ ਚੁੱਪ ਰਿਹਾ, ਜਾਂ ਫਿਰ ਗੁਜਰਾਤ ਕਤਲੇਆਮ ਵੇਲੇ ਦੇਖਦੇ ਹਾਂ ਤੇ ਫਿਰ ਦੂਜਾ ਹਿੱਸਾ ਕਿਵੇਂ ਚੁੱਪ ਰਿਹਾ। ਹੁਣ ਜਦੋਂ ਸਾਰੀਆਂ ਘੱਟ ਗਿਣਤੀਆਂ ਗ੍ਰਿਫਤ ਦੇ ਵਿੱਚ ਨੇ, ਹੁਣ ਕੋਈ ਹੋਰ ਬੋਲਣ ਵਾਲਾ ਇੱਕ ਦੂਜੇ ਲਈ ਹੈ ਨਹੀਂ। ਪਰ ਅਜੇ ਵੀ ਸਮਾਂ ਹੈ। ਅਸੀਂ ਮਾਰਟਿਨ ਨੋਮਲਰ ਦੀ ਉਹ ਗੱਲ ਜਿਹੜੀ ਕਿ ਉਹਨਾਂ ਨੇ ਉਸ ਵੇਲੇ ਕਵਿਤਾ ਦੇ ਰੂਪ 'ਚ ਕਹੀ, ਅੱਜ ਉਸ ਨੂੰ ਪ੍ਰੈਕਟੀਕਲੀ ਜ਼ਰੂਰ ਦੇਖੀਏ। ਇਸ ਕਰਕੇ ਵੀ ਦੇਖੀਏ ਕਿ ਅੱਜ ਸਾਰੇ ਹੀ ਜਿਹੜੇ ਆ ਉਸ ਗ੍ਰਿਫਤ 'ਚ ਆ, ਅਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਕਲ ਆਈ ਉਹ ਵੀ ਸਮਝਣ, ਕਿਉਂਕਿ ਖੁਦ ਆਪ ਮਾਰਟਿਨ ਨੋਮਲਰ ਨੇ ਇਹ ਗੱਲ ਜੀਵਨ ਦੀ ਤਬਦੀਲੀ ਦੇ ਨਾਲ ਕਹੀ। ਅਤੇ ਕਦੇ ਵੀ ਦੇਰੀ ਨਹੀਂ ਹੁੰਦੀ ਜਦੋਂ ਤੱਕ ਸਾਡੇ ਸਵਾਸ ਚੱਲਦੇ ਨੇ। ਹਰ ਵਿਅਕਤੀ ਨੂੰ ਸੁਧਰਨ ਦਾ ਮੌਕਾ ਮਿਲਣਾ ਚਾਹੀਦਾ, ਬਸ਼ਰਤੇ ਉਹ ਇਮਾਨਦਾਰੀ ਨਾਲ ਆਪਣੇ ਆਪ ਨੂੰ ਬਦਲੇ। ਅਤੇ ਉਹ ਬਦਲਦਾ ਹੈ ਤਾਂ ਕੁਝ ਵੀ ਹੋ ਸਕਦਾ। ਕੀ ਨਹੀਂ ਹੋ ਸਕਦਾ? ਜਿਹੜੇ ਕਿ ਵੱਡੇ ਵੱਡੇ ਗੁਨਾਹਗਾਰ ਲੋਕ ਨੇ, ਉਹ ਜਦੋਂ ਬਦਲੇ ਉਹਨਾਂ ਨੇ ਇਤਿਹਾਸ ਨੂੰ ਬਦਲ ਦਿੱਤਾ। ਅਤੇ ਐਸੀਆਂ ਸੰਸਾਰ ਦੇ ਵਿੱਚ ਮਿਸਾਲਾਂ ਨੇ। ਅੱਜ ਵੀ ਇਹਨਾਂ ਦੀ ਗੈਰਤ ਅਤੇ ਅਣਖ ਜਿਹੜੀ ਹੈ, ਜੇ ਹੁਣ ਵੀ ਜਾਗੀ ਹੈ, ਇੰਨੀਆਂ ਸੱਟਾਂ ਖਾਣ ਤੋਂ ਬਾਅਦ ਵੀ ਅਹਿਸਾਸ ਹੋਇਆ, ਤਾਂ ਵੀ ਦੇਰੀ ਨਹੀਂ ਹੈ। ਹਾਂ, ਜਿਹੜੇ ਪਹਿਲੇ ਦਿਨ ਤੋਂ ਚੱਲਦੇ ਰਹੇ ਨੇ ਉਹਨਾਂ ਦੀ ਗੱਲ ਹੀ ਵੱਖਰੀ ਹੈ। ਅਸੀਂ ਹਵਾਲਾ ਕੈਨੇਡਾ ਦਾ ਵੀ ਦੇਣਾ ਚਾਹਾਂਗੇ। ਇੱਥੇ ਪਿਛਲੇ ਕਾਫੀ ਸਮੇਂ ਤੋਂ ਜੋ ਇੰਡੀਅਨ ਫਾਸ਼ੀਵਾਦੀ ਸਿਸਟਮ ਹੈ ਉਸ ਦੇ ਖਿਲਾਫ ਕੁਝ ਲੋਕ ਜਿਹੜੇ ਹੈ ਜਾਂ ਸੰਸਥਾਵਾਂ ਲਗਾਤਾਰ ਆਵਾਜ਼ ਉਠਾ ਰਹੀਆਂ ਸਨ, ਅਤੇ ਬਾਕੀ ਮੂਕ ਦਰਸ਼ਕ ਬਣੇ ਜਾਂ ਤਾਂ ਤਮਾਸ਼ਬੀਨ ਸਨ ਜਾਂ ਫਿਰ ਉਹਨਾਂ ਦੀ ਵਿਰੋਧਤਾ ਕਰਦੇ ਸਨ ਕਿ ਦੇਸ਼ ਦੀ ਭੰਡੀ ਕਰ ਰਹੇ ਨੇ। ਇਉਂ ਨਹੀਂ ਸੀ ਕਹਿੰਦੇ ਕਿ ਹਕੂਮਤ ਜਿਹੜੀ ਹੈ ਉਸ ਦੀ ਆਲੋਚਨਾ ਕਰ ਰਹੇ ਨੇ, ਬਲਕਿ ਉਹਨਾਂ ਨੂੰ ਕਈ ਤਰ੍ਹਾਂ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਵਿੱਚੋਂ ਹੌਲੀ ਹੌਲੀ ਜਦੋਂ ਇਹ ਅਹਿਸਾਸ ਹੋਇਆ ਕਿ ਨਹੀਂ, ਇਹ ਲੋਕ ਠੀਕ ਸਨ, ਅਸੀਂ ਜੋ ਕੁਝ ਕੀਤਾ ਉਹ ਗਲਤ ਸੀ, ਉਹਨਾਂ 'ਚੋਂ ਕੁਝ ਬਦਲ ਕੇ ਅੱਜ ਉਸ ਢਾਣੀ ਦੇ ਵਿੱਚ ਸ਼ਾਮਲ ਹੋਏ। ਪਰ ਕਈ ਅਜੇ ਵੀ ਢੀਠ ਨੇ, ਅਜੇ ਵੀ ਬੇਸ਼ਰਮੀ ਦੀ ਹੱਦ 'ਚ ਨੇ। ਇਹ ਜਾਣਦੇ ਹੋਏ ਕਿ ਪਾਣੀ ਸਿਰ ਤੋਂ ਲੰਘ ਚੁੱਕਿਆ, ਅਜੇ ਵੀ ਉੱਥੇ ਬੈਠੇ ਨੇ। ਉਹਨਾਂ ਦਾ ਕੁਝ ਨਹੀਂ ਹੋ ਸਕਦਾ, ਉਹਨਾਂ ਤੋਂ ਕਲੰਕ ਨਹੀਂ ਮਿਟ ਸਕਦਾ। ਸਮਾਂ ਮਾਰਟਿਨ ਨੋਮਲਰ ਦੇ ਜੀਵਨ ਤੋਂ ਸਾਨੂੰ ਇਹ ਸੇਧ ਦਿੰਦਾ ਹੈ ਕਿ ਅਸੀਂ ਹੁਣ ਵੀ ਬਦਲੀਏ, ਜ਼ਰੂਰ ਤਬਦੀਲੀ ਕਰੀਏ। ਅਤੇ ਜਿੱਥੋਂ ਤੱਕ ਮਾਰਟਿਨ ਲੂਥਰ ਕਿੰਗ ਦੀ ਗੱਲ ਹੈ, ਉਹਨਾਂ ਦਾ ਜੀਵਨ ਅਤੇ ਇਤਿਹਾਸ ਕੀ ਹੈ, ਉਸ ਦੇ ਬਾਰੇ ਵਿਸਥਾਰ 'ਚ ਜਦੋਂ ਤੁਸੀਂ ਦੱਸੋਗੇ ਅਸੀਂ ਜਾਣ ਸਕਦੇ ਹਾਂ ਕਿ ਕਿਵੇਂ ਗੁੜਤੀ ਕਿਵੇਂ ਮਿਲੀ, ਕਿਸ ਤਰੀਕੇ ਨਾਲ ਉਹ ਅੱਗੇ ਚੱਲੇ, ਕਿਸ ਤਰ੍ਹਾਂ ਉਹਨਾਂ ਨੇ ਆਪ ਹੱਡੀ ਜ਼ੁਲਮ ਹੰਢਾਇਆ ਅਤੇ ਸ਼ੁਰੂ ਤੋਂ ਲੈ ਕੇ ਇੱਕੋ ਸੋਚ ਨੂੰ ਪ੍ਰਣਾਈ ਰਹੇ। ਸੋ ਉਹਨਾਂ ਦੀ ਸ਼ਖਸੀਅਤ ਅੱਜ ਦੇ ਸਮੇਂ ਕਿਵੇਂ ਪ੍ਰਸੰਗਿਕ ਹੈ। ਦੇਖੋ, ਇੱਕ ਹੋਰ ਬੜਾ ਖੂਬਸੂਰਤ ਸਮਾਨਤਾ ਦੋਨਾਂ ਵਿੱਚ ਹੈ, ਦੋਨਾਂ ਮਾਰਟਿਨਾਂ 'ਚ। ਦੋਨੇ ਹੀ ਧਾਰਮਿਕ ਰੁਚੀਆਂ ਵਾਲੇ ਵਿਅਕਤੀ ਸੀਗੇ ਜੀ। ਔਰ ਇਹ ਵੀ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਕਿਸੇ ਟਾਈਮ। ਕਈ ਲੋਕ ਸੋਚਦੇ ਨੇ ਕਿ ਸਿਰਫ ਨਾਸਤਿਕਤਾ ਹੀ ਇੱਕ ਢੰਗ ਹੈ ਸਮਾਜ ਸੁਧਾਰਨ ਦਾ, ਕਈ ਇਸ ਦੇ ਉੱਤੇ ਬੈਠੇ ਨੇ ਕਿ ਸਿਰਫ ਧਰਮ ਦੇ ਰਾਹੀਂ ਸਮਾਜ ਸੁਧਾਰਿਆ ਜਾ ਸਕਦਾ। ਦੋਨੇ ਹੀ ਜਿਹੜੀਆਂ ਦੋਨੇ ਮਤ ਨੇ ਆਪਣੀ ਆਪਣੀ ਥਾਂ 'ਤੇ ਉਹਨਾਂ ਦੀ ਪ੍ਰਸੰਗਤਾ, ਔਰ ਇਹਦੇ ਵਿੱਚ ਕੋਈ ਮਤਭੇਦ ਰੱਖਣ ਦੀ ਥਾਂ 'ਤੇ ਇਹ ਵੇਖੋ ਕਿ ਲੜਾਈ ਲੜਨ ਨੂੰ ਸਾਨੂੰ ਸੰਦ ਕਿਹੜਾ ਮਿਲਦਾ। ਬਿਲਕੁਲ। ਜੇ ਧਰਮ ਸੰਦ ਬਣਦਾ ਤਾਂ ਵਾਈ ਨਾਟ, ਜੇ ਨਾਸਤਿਕਤਾ ਵੀ ਕੋਈ ਸੰਦ ਬਣਦੀ ਹੈ ਅਤੇ ਉਹਦੇ 'ਚ ਵੀ ਕਿਸੇ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ। ਪਰ ਇਹਨਾਂ ਦੇ ਵਿੱਚ ਜਿਹੜਾ ਕੰਪੀਟੀਸ਼ਨ ਚਲਾ ਕੇ ਲੜਾਈ ਆਪਾਂ ਕਰਦੇ ਹਾਂ, ਕਈ ਵਾਰੀ ਬੇਲੋੜੀ ਬਹਿਸਾਂ, ਸਮਾਂ ਖਰਾਬ ਕਰਦੇ ਹਾਂ ਕਿ ਨਾਸਤਿਕ ਹੋਣਾ ਜ਼ਰੂਰੀ ਹੈ, ਆਸਤਿਕ ਹੋਣਾ ਜ਼ਰੂਰੀ ਨਹੀਂ, ਜਾਂ ਆਸਤਿਕ ਹੋਣਾ ਜ਼ਰੂਰੀ ਹੈ, ਨਾਸਤਿਕ ਹੋਣਾ ਬੇਕਾਰ ਹੈ। ਇਹ ਗੱਲਾਂ ਕੋਈ ਮਾਇਨਾ ਨਹੀਂ ਰੱਖਦੀਆਂ।
ਅਖੀਰ ਦੀ ਗੱਲ ਘੁੰਮ ਫਿਰ ਕੇ ਇੱਥੇ ਆਉਂਦੀ ਕਿ ਜ਼ੁਲਮ ਦੇ ਖਿਲਾਫ ਕਿਹੜਾ ਖੜਾ ਹੋਇਆ। ਬਿਲਕੁਲ। ਚਾਹੇ ਭਗਤ ਸਿੰਘ ਸੀ ਜਿਹੜਾ ਮਰਨ ਤੋਂ ਪਹਿਲਾਂ ਤੱਕ ਆਪਣਾ ਨਾਸਤਿਕ ਕਹਿ ਕੇ ਨਿਬੰਧ ਲਿਖ ਕੇ ਗਿਆ ਕਿ ਮੈਂ ਨਾਸਤਿਕ ਕਿਉਂ ਹਾਂ, ਜਾਂ ਮੇਵਾ ਸਿੰਘ ਜਿਹੜੇ ਸ਼ਬਦ ਉਚਾਰਨ ਕਰਦੇ ਹੋਏ ਜਿਨ੍ਹਾਂ ਨੇ ਫਾਂਸੀ ਦਾ ਰੱਸਾ ਚੁੰਮਿਆ, ਜਾਂ ਅਸੀਂ ਗੱਲ ਕਰੀਏ ਮਦਨ ਲਾਲ ਢੀਂਗਰੇ ਦੀ ਜਿਹੜਾ ਕਿ ਇੱਕ ਪੱਕਾ ਹਿੰਦੂ ਸੀ, ਉਹਨੇ ਵੀ ਫਾਂਸੀ ਦਾ ਰੱਸਾ ਚੁੰਮਿਆ। ਕਿਸੇ ਨੇ ਧਰਮ ਤੋਂ ਸੇਧ ਲਈ, ਕਿਸੇ ਨੇ ਮਾਰਕਸਵਾਦ ਤੋਂ ਲਈ। ਇਹ ਗੱਲਾਂ ਬਾਅਦ 'ਚ ਆਉਂਦੀਆਂ, ਪਹਿਲਾਂ ਵੇਖੋ ਤੁਹਾਡਾ ਮੁੱਖ ਨਿਸ਼ਾਨਾ ਕੀ ਆ। ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀਆਂ ਦੋ ਸ਼ਖਸੀਅਤਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਧਾਰਮਿਕ ਰੁਚੀਆਂ ਵਾਲੇ ਲੋਕ ਸੀਗੇ। ਈਸਾਈ ਧਰਮ ਦਾ ਲਈ ਜਿਹੜੀ ਆਸਥਾ ਜਾਂ ਪਿਆਰ ਕੁੱਟ-ਕੁੱਟ ਕੇ ਇਹਨਾਂ 'ਚ ਭਰਿਆ ਪਿਆ ਸੀ। ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਪਿਤਾ ਜੀ ਖੁਦ ਇੱਕ ਈਸਾਈ ਪ੍ਰਚਾਰਕ ਸੀ ਜੀ, ਆਪ ਵੀ ਉਹ ਪਰਨਾਏ ਹੋਏ ਸੀ ਕਾਲਿਆਂ ਦੇ ਨਾਲ ਜੋ ਜ਼ੁਲਮ ਹੋ ਰਿਹਾ ਉਸ ਦੇ ਖਿਲਾਫ ਲੜਾਈ ਦੇ ਵਿੱਚ। ਬਾਅਦ 'ਚ ਜਦੋਂ ਮਾਰਟਿਨ ਲੂਥਰ ਕਿੰਗ ਜੂਨੀਅਰ ਵੱਡੇ ਹੁੰਦੇ ਗਏ ਤੇ ਖੁਦ ਵੀ ਉਹਨਾਂ ਨੇ ਕਈ ਅਨੁਭਵ ਕੀਤੇ। ਸਿਆਹ ਨਸਲ ਦਾ ਹੋਣ ਕਰਕੇ ਤਿਰਸਕਾਰ ਦੀਆਂ ਭਾਵਨਾਵਾਂ ਦਾ ਸਾਹਮਣਾ ਕਰਦੇ ਰਹੇ। ਅਖੀਰ 'ਚ ਜਾ ਕੇ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਕੀਤੀ, ਫਿਰ ਖੁਦ ਵੀ ਈਸਾਈ ਪ੍ਰਚਾਰਕ ਬਣੇ। ਈਸਾਈ ਪ੍ਰਚਾਰਕ ਬਣ ਕੇ ਲੋਕਾਂ ਨੂੰ ਸੇਧ ਦਿੰਦੇ ਰਹੇ, ਫਿਰ ਸਿਵਲ ਰਾਈਟ ਮੂਵਮੈਂਟ ਦਾ ਹਿੱਸਾ ਬਣੇ। ਉਹਨਾਂ ਦੇ ਅਗਵਾਈ ਵਿੱਚ ਬੜੇ ਕਿਸਮ ਦੀਆਂ ਲੜਾਈਆਂ ਲੜੀਆਂ ਗਈਆਂ, ਜਿਵੇਂ ਸੈਗਰੀਗੇਸ਼ਨ ਦਾ ਇੱਕ ਰੂਲ ਸੀਗਾ ਕਿ ਸਿਆਹ ਨਸਲ ਦੇ ਅਤੇ ਗੋਰੇ ਨਸਲ ਦੇ ਵਿਦਿਆਰਥੀਆਂ ਨੂੰ ਵੱਖਰਾ ਬਿਠਾਓ। ਬੱਸਾਂ ਵਿੱਚ ਸਵਾਰੀਆਂ ਅੱਡ ਅੱਡ ਬੈਠਦੀਆਂ ਸੀਗੀਆਂ। ਸਿਆਹ ਨਸਲ ਦੇ ਲੋਕਾਂ ਲਈ ਹੁੰਦਾ ਸੀ ਕਿ ਜੇ ਕੋਈ ਗੋਰਾ ਆ ਗਿਆ ਤੇ ਸੀਟ ਨਹੀਂ ਲੱਭ ਰਹੀ, ਤੁਸੀਂ ਸੀਟ ਛੱਡੋ। ਰੋਜ਼ਾ ਪਾਰਕਸ ਜਿਹੜੀ ਇੱਕ ਬੜੀ ਵੱਡੀ ਇੱਕ ਯੋਧਾ ਸੀ ਉਸ ਲੜਾਈ ਦੀ, ਉਹ ਬਕਾਇਦਾ ਮਾਰਟਿਨ ਲੂਥਰ ਕਿੰਗ ਜੂਨੀਅਰ ਤੋਂ ਪ੍ਰਭਾਵਿਤ ਸੀ। ਸੋ ਉਸ ਲੜਾਈ ਦਾ ਹਿੱਸਾ ਬਣੇ ਉਹ ਵੀ। ਸੋ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਸਿਆਹ ਨਸਲ ਦੇ ਲੋਕਾਂ ਨਾਲ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਸੀ, ਕਾਨੂੰਨ ਬਣੇ ਹੋਏ ਸੀ, ਉਹ ਸਾਰੇ ਖਤਮ ਕੀਤੇ ਗਏ। ਪਰ ਕਿਉਂਕਿ ਉਹ ਰੜਕਦੇ ਸੀ ਨਸਲਵਾਦੀਆਂ ਨੂੰ, ਸੋ ਬਹੁਤ ਸਾਜ਼ਿਸ਼ੀ ਢੰਗ ਨਾਲ ਉਹਨਾਂ ਨੂੰ ਕਤਲ ਕੀਤਾ ਗਿਆ। ਅੱਜ ਤੱਕ ਇਹ ਵੀ ਬੁਝਾਰਤ ਬਣੀ ਹੋਈ ਕਿ ਕਤਲ ਕਰਨ ਵਾਲਾ ਸੱਚਮੁੱਚ ਕੋਈ ਗੋਰਾ ਨਸਲਵਾਦੀ ਹੀ ਸੀ, ਜਾਂ ਉਸ ਦੇ ਪਿੱਛੇ FBI ਦਾ ਵੀ ਹੱਥ ਸੀਗਾ, ਜਾਂ ਅਮਰੀਕੀ ਸਥਾਪਤੀ ਚਾਹੁੰਦੀ ਸੀ ਕਿ ਇਸ ਦਾ ਫਸਤਾ ਵੱਢਿਆ ਜਾਵੇ। ਸੋ ਇਸ ਕਿਸਮ ਦੀਆਂ ਗੱਲਾਂ ਬਹੁਤ ਹੋਈਆਂ। ਮਾਰਟਿਨ ਲੂਥਰ ਕਿੰਗ ਜੂਨੀਅਰ ਬਾਰੇ ਇਹ ਵੀ ਹੈ ਕਿ ਉਹ ਭਾਰਤ ਵੀ ਗਏ, ਭਾਰਤ ਨਾਲ ਵੀ ਲਗਾਓ ਸੀ, ਭਾਰਤ ਦੀ ਆਜ਼ਾਦੀ ਦੀ ਲੜਾਈ ਨਾਲ। ਪਰ ਉਹਨਾਂ ਦੇ ਵਿਸ਼ਲੇਸ਼ਣ 'ਚ ਇੱਕ ਬੜੀ ਵੱਡੀ ਘਾਟ ਸੀ। ਉਹ ਵੀ ਮੈਂ ਸਮਝਦਾ ਕਸੂਰਵਾਰ ਉਹ ਨਹੀਂ ਸੀਗੇ, ਉਹ ਪਰਿਸਥਿਤੀਆਂ ਕਸੂਰਵਾਰ ਸੀਗੀਆਂ। ਉਹਨਾਂ ਨੇ ਆਪਣੇ ਆਪ ਨੂੰ ਗਾਂਧੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਗਾਂਧੀ ਦੀ ਬਜਾਏ ਅੰਬੇਦਕਰ ਉਹਨਾਂ ਦਾ ਸਹੀ ਅਰਥਾਂ 'ਚ ਮਿੱਤਰ ਬਣਦਾ ਸੀ, ਕਿਉਂਕਿ ਜਿਹੜੀ ਅੰਬੇਦਕਰ ਦੀ ਲੜਾਈ ਸੀ ਉਸ ਦਾ ਤੁਲਨਾਤਮਕ ਅਧਿਐਨ ਸਿਆਹ ਨਸਲ ਦੇ ਲੋਕਾਂ ਦੀ ਲੜਾਈ ਨਾਲ ਹੋ ਸਕਦਾ। ਸਿਆਹ ਨਸਲ ਦੇ ਲੋਕਾਂ ਨਾਲ ਜੋ ਧੱਕਾ ਹੋ ਰਿਹਾ ਉਸ ਦਾ ਅਧਿਐਨ ਜੇ ਕਰਨਾ ਤਾਂ ਉਸ ਦੀ ਤੁਲਨਾ ਆਜ਼ਾਦੀ ਦੀ ਉਸ ਲੜਾਈ ਨਾਲ ਨਹੀਂ ਹੋ ਸਕਦੀ ਜਿੱਥੇ ਸਿਰਫ ਬ੍ਰਾਹਮਣਵਾਦੀ ਲੀਡਰ ਬੁਰੇ ਸੀਗੇ ਅਤੇ ਜਿਨ੍ਹਾਂ ਦਾ ਨਿਸ਼ਾਨਾ ਕੋਈ ਹੋਰ ਸੀ। ਸੋ ਇਹ ਨੁਕਤਾ ਸਮਝਣਾ ਬਹੁਤ ਜ਼ਰੂਰੀ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਲੜਾਈ ਅੱਜ ਉਨੀ ਪ੍ਰਸੰਗਕ ਹੈ ਜਿਵੇਂ ਪਹਿਲਾਂ ਸੀ। ਸਿਆਹ ਨਸਲ ਦੇ ਲੋਕ ਅੱਜ ਵੀ ਨਪੀੜੇ ਜਾ ਰਹੇ ਆ। ਪਿੱਛੇ ਜੇ ਅਸੀਂ ਵੇਖਿਆ ਜਾਰਜ ਫਲੋਇਡ ਦਾ ਜਿਵੇਂ ਕਤਲ ਹੋਇਆ ਜੀ, ਸਿਆਹ ਨਸਲ ਦੇ ਲੋਕ ਢਾਂਚਾਗਤ ਨਸਲਵਾਦ ਦਾ ਸਾਹਮਣਾ ਕਰ ਰਹੇ। ਚਿੱਟ ਚਮੜੀਏ ਨਸਲਵਾਦ ਨੂੰ ਫਿਰ ਦੁਬਾਰਾ ਇੱਕ ਬਲ ਮਿਲਿਆ, ਮੂੰਹ ਪਾੜ ਪਾੜ ਕੇ ਉਹ ਬਾਹਰ ਨਿਕਲ ਕੇ ਏਸ਼ੀਅਨ ਲੋਕਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਆ, ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲ ਰਹੇ। ਸੋ ਇਹ ਸਾਰੀਆਂ ਗੱਲਾਂ ਨੂੰ ਅਸੀਂ ਵੇਖਦੇ ਹਾਂ ਅਤੇ ਉਸ ਦੀ ਪ੍ਰਸੰਗਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਬਾਕੀ ਦੋਨਾਂ ਦੀ ਪ੍ਰਸੰਗਤਾ ਹਿੰਦੁਸਤਾਨ ਨਾਲ ਵੀ ਜੁੜਦੀ ਹੈ। ਜਿਵੇਂ ਮੈਂ ਪਹਿਲਾਂ ਮਾਰਟਿਨ ਨੋਮਲਰ ਦੇ ਕੰਟੈਕਸਟ 'ਚ ਕਿਹਾ ਸੀਗਾ ਕਿ ਜਦੋਂ ਪਹਿਲਾਂ ਯਹੂਦੀਆਂ ਮਗਰ ਆਏ ਜਾਂ ਉਹਨਾਂ ਦੇ ਮਗਰ ਗਏ, ਮੈਂ ਨਹੀਂ ਬੋਲਿਆ। ਉਹਦਾ ਕੰਟੈਕਸਟ ਤਾਂ ਇੰਡੀਆ 'ਚ ਵੀ ਹੈ, ਅਸੀਂ ਵੇਖਦੇ ਹਾਂ। ਤੁਸੀਂ ਇੱਕ ਵਾਰੀ ਆਪਣੇ ਇਸ ਮੰਚ ਤੋਂ ਇੱਕ ਕਵਿਤਾ ਵੀ ਸਾਂਝੀ ਕੀਤੀ ਸੀਗੀ, ਜਿਹੜੀ ਹੋ ਸਕੇ ਅੱਜ ਵੀ ਜ਼ਰੂਰ ਸੁਣਾ ਦੇਣਾ। ਜੀ ਜੀ। ਉਸ ਤੋਂ ਇਲਾਵਾ ਜਿਹੜੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਜਿਸ ਕਿਸਮ ਦੇ ਨਸਲਵਾਦ ਦੇ ਖਿਲਾਫ ਉਹ ਲੜ ਰਹੇ ਸੀ, ਉਸ ਤਰ੍ਹਾਂ ਦਾ ਨਸਲਵਾਦ ਤਾਂ ਭਾਰਤ ਵਿੱਚ ਵੀ ਐਗਜ਼ਿਸਟ ਕਰਦਾ। ਕਿਉਂਕਿ ਜਿਹੜੀ ਹੁਣ ਦੀ ਸਰਕਾਰ ਹੈ ਉੱਥੋਂ ਦੀ RSS ਦੀ ਸਰਕਾਰ ਹੈ। RSS ਵਾਲੇ ਤਾਂ ਹਿਟਲਰ ਨੂੰ ਵੰਡਿਆਉਂਦੇ ਰਹੇ ਨੇ, ਗੋਰੇ ਰੰਗ ਨੂੰ ਵੰਡਿਆਉਂਦੇ ਰਹੇ ਆ। ਉਸ ਰੰਗ ਦੀ ਉੱਚਤਾ ਅਤੇ ਉੱਤਮਤਾ ਦੀ ਗੱਲ ਕਰਨ ਵਾਲੇ ਲੋਕ ਨੇ ਉਹ ਸੱਤਾ ਚਲਾ ਰਹੇ ਇਸ ਸਮੇਂ, ਔਰ ਉਹ ਲੋਕ ਵੀ ਨਸਲਵਾਦ ਕਰ ਰਹੇ। ਸੋ ਇਹਨਾਂ ਗੱਲਾਂ ਕਰਕੇ ਇਹਨਾਂ ਦੀ ਪ੍ਰਸੰਗਤਾ ਸਦਾ ਹੀ ਰਹੇਗੀ। ਬਹੁਤ ਖੂਬਸੂਰਤ ਦੋ ਤਿੰਨ ਗੱਲਾਂ ਜਿਹੜੀਆਂ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਸਾਹਮਣੇ ਨੇ। ਇੱਕ ਤਾਂ ਉਹ ਸ਼ਖਸੀਅਤਾਂ ਜਿਨ੍ਹਾਂ ਦੇ ਬਾਰੇ ਇਹ ਜਾਣਕਾਰੀ ਸਾਡੇ ਲਈ ਬੜੀ ਜ਼ਰੂਰੀ ਹੈ ਕਿ ਮਾਰਟਿਨ ਨੋਮਲਰ ਅਤੇ ਮਾਰਟਿਨ ਲੂਥਰ ਕਿੰਗ, ਦੋਵੇਂ ਮਾਰਟਿਨ ਜਿਹੜੇ ਆ, ਉਹਨਾਂ ਦੇ ਜੀਵਨ ਦਰਸ਼ਨ ਅਤੇ ਪ੍ਰੇਰਨਾ ਜਿਹੜੀ ਹੈ ਜਾਂ ਉਹਨਾਂ ਦਾ ਸੰਘਰਸ਼ ਹੈ ਸਦਾ ਹੀ ਲੋਕਾਂ ਦੇ ਵਾਸਤੇ ਰਹਿਨੁਮਾਈ ਦਿੰਦਾ ਰਹੇਗਾ। ਆਹ ਜਿਹੜੀ ਇੱਕ ਮਿਸਾਲ ਹੋਰ ਬੜੀ ਜ਼ਰੂਰੀ ਜਿਸ ਨੂੰ ਅੱਜ ਡਿਸਕਸ਼ਨ ਦਾ ਹਿੱਸਾ ਬਣਾਇਆ ਗਿਆ ਇਹ ਹੈ ਕਿ ਦੋਨੇ ਧਾਰਮਿਕ ਰੁਚੀਆਂ ਦੇ ਸਨ ਅਤੇ ਧਾਰਮਿਕ ਰੁਚੀਆਂ ਤੋਂ ਪ੍ਰਭਾਵਿਤ ਹੋ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਅੱਗੇ ਲੈ ਕੇ ਤੁਰੇ। ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਹਮਲਾਵਰ ਜਿਹੜਾ ਹੈ ਉਹ ਸੱਤਾਧਾਰੀ ਤਾਨਾਸ਼ਾਹ ਕਿਸੇ ਵੀ ਕਿਸਮ ਦਾ ਹੋਵੇ, ਕਿਸੇ ਵੀ ਦੇਸ਼ ਦੇ ਵਿੱਚ ਹੋਵੇ, ਉਸ ਦੇ ਖਿਲਾਫ ਲੜਨ ਲਈ ਕੀ ਤੁਹਾਨੂੰ ਪਹਿਲਾਂ ਇਹ ਸੋਚ ਰੱਖਣੀ ਪਏਗੀ ਕਿ ਤੁਸੀਂ ਧਾਰਮਿਕ ਹੋ ਜਾਂ ਨਹੀਂ ਹੋ? ਕੀ ਇਹ ਪਹਿਲਾਂ ਜੇ ਧਾਰਮਿਕ ਹੋ ਤਾਂ ਛੱਡਣਾ ਪਏਗਾ? ਜਿਵੇਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੀਆਂ ਚਰਚਾਵਾਂ, ਬੇਲੋੜੀਆਂ ਚਰਚਾਵਾਂ ਚੱਲੀਆਂ ਕਿ ਜੀ ਤੁਸੀਂ ਆਪਣਾ ਜਿਹੜਾ ਹੈ ਧਰਮ ਹੈ ਉਹ ਘਰੇ ਛੱਡ ਕੇ ਆਓ। ਕਈ ਅਜੇ ਵੀ ਜਿਹੜੇ ਆਪਣੇ ਆਪ ਨੂੰ ਨਾਸਤਿਕ ਸਮਝਦੇ ਉਹ ਬੜਾ ਇਸ ਗੱਲ ਨੂੰ ਹੁੱਬ ਕੇ ਕਹਿੰਦੇ ਨੇ ਤੁਸੀਂ ਜੀ ਆਪਣਾ ਰੱਬ ਘਰੇ ਛੱਡ ਕੇ ਆਓ। ਰੱਬ ਹੈ ਜਾਂ ਨਹੀਂ ਹੈ ਇਸ 'ਤੇ ਤੁਸੀਂ ਲੜ ਰਹੇ ਹੋ। ਜਿਹੜਾ ਜ਼ੁਲਮ ਕਰਨ ਵਾਲਾ ਉਸ ਨੇ ਦੋਨਾਂ ਨੂੰ ਹੀ ਪੂਰੀ ਤਰ੍ਹਾਂ ਕੁਚਲਣਾ, ਚਾਹੇ ਤੁਸੀਂ ਰੱਬ ਨੂੰ ਮੰਨਦੇ ਹੋ ਅਤੇ ਚਾਹੇ ਨਹੀਂ ਮੰਨਦੇ।
ਇਹਦਾ ਮਤਲਬ ਇਹ ਹੈ ਕਿ ਉਹ ਸ਼ਾਤਰ ਹੈ ਤੇ ਉਹ ਲੋਕ ਜਿਹੜੇ ਆਪਸ ਵਿੱਚ ਲੜ ਰਹੇ ਨੇ ਉਹ ਮਹਾਮੂਰਖ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਦੁਸ਼ਮਣ ਕੌਣ ਹੈ। ਉਹ ਇਸ ਗੱਲ ਤੇ ਹੀ ਉਲਝੇ ਹੋਏ ਨੇ ਕਿ ਅਸੀਂ ਇਸ ਗੱਲ ਤੇ ਜ਼ੋਰ ਲਾਈਏ ਕਿ ਜੇ ਧਾਰਮਿਕ ਹਨ ਤਾਂ ਫਿਰ ਉਹ ਜ਼ੁਲਮ ਦੇ ਖਿਲਾਫ ਨਹੀਂ ਲੜ ਸਕਦੇ, ਜੇ ਲੜਨਾ ਹੈ ਤਾਂ ਸਾਡੇ ਵਾਂਗੂ ਬਣੋ। ਇੰਨੀਆਂ ਸੋਹਣੀਆਂ ਖੂਬਸੂਰਤ ਮਿਸਾਲਾਂ ਇਹ ਦੋਵੇਂ ਸ਼ਖਸੀਅਤਾਂ ਦੀਆਂ ਕਿ ਜਿਹੜੀਆਂ ਰੁਚੀਆਂ ਉਹਨਾਂ ਦੇ ਵਿੱਚ ਚਾਹੇ ਰੱਬ ਦੇ ਵਿੱਚ ਵਿਸ਼ਵਾਸ ਵਾਲੀਆਂ ਸਨ, ਪਰ ਰੱਬ ਦੇ ਬਣਾਏ ਮਨੁੱਖਾਂ ਦੇ ਵਿੱਚ ਜੇ ਵਿਤਕਰਾ ਹੋ ਰਿਹਾ ਤਾਂ ਉਹ ਕਿਵੇਂ ਮਨਜ਼ੂਰ ਹੈ? ਜੇ ਉਹ ਕੁਦਰਤ ਨੇ ਸਾਰੇ ਵਿਅਕਤੀ ਇੱਕ ਬਰਾਬਰ ਸਾਜੇ ਨੇ, ਜਿਵੇਂ ਕਿ ਫਰਮਾਨ ਹੈ ਗੁਰਬਾਣੀ ਦਾ ਭਗਤ ਕਬੀਰ ਜੀ ਦੇ ਕਥਨ ਅਨੁਸਾਰ, ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਸੋ ਇਹ ਗੱਲ ਜਿਹੜੀ ਹੈ ਕਿੱਡੀ ਵੱਡੀ ਸਾਡੇ ਲਈ ਅਗਵਾਈ ਦੇਣ ਵਾਲੀ ਹੈ। ਸੋ ਅੱਜ ਦੀ ਤਾਰੀਖ ਦੇ ਵਿੱਚ ਅਸੀਂ ਇਸ ਦੁਵਿਧਾ 'ਚੋਂ ਬਾਹਰ ਨਿਕਲ ਸਕਦੇ ਹਾਂ ਕਿ ਲੋਕ ਸੰਘਰਸ਼ ਨੂੰ ਸੇਧ ਦੇਣ ਵਾਲੀਆਂ ਸ਼ਖਸੀਅਤਾਂ ਚਾਹੇ ਆਸਥਾ ਰੱਖਦੀਆਂ ਨੇ ਜਾਂ ਨਹੀਂ ਰੱਖਦੀਆਂ, ਕੋਈ ਮੈਣਾ ਨਹੀਂ, ਉਹਨਾਂ ਦੀ ਸੋਚ ਜਿਹੜੀ ਹੈ ਮਨੁੱਖੀ ਹੱਕਾਂ ਲਈ ਸਮਰਪਿਤ ਹੋਵੇ। ਜਿਹੜੀ ਦੂਸਰੀ ਗੱਲ ਇਸ ਸਾਰੇ ਮਸਲੇ ਦੇ ਵਿੱਚ ਆਉਂਦੀ ਹੈ ਉਹ ਇਹ ਹੈ ਕਿ ਅੱਜ ਦੇ ਸਮੇਂ ਜੋ ਹਾਲਾਤ ਨੇ ਉਹਨਾਂ ਦੇ ਬਾਰੇ ਕੀ ਆਵਾਜ਼ ਉਠਾ ਰਹੇ ਹਾਂ, ਕੀ ਅਸੀਂ ਖੜ੍ਹੇ ਹਾਂ, ਕੀ ਅਸੀਂ ਬੋਲਦੇ ਹਾਂ, ਕੀ ਸਾਡੇ ਅੰਦਰ ਇਸ ਗੱਲ ਦਾ ਮਾਦਾ ਹੈ, ਜਾਂ ਅਸੀਂ ਮਾਰਟਨ ਲੂਥਰ ਕਿੰਗ ਆਏ ਉਹਨਾਂ ਦਾ ਜਨਮ ਦਿਨ ਮਨਾ ਲਿਆ, ਮਾਰਟਨ ਨੋਮਲਰ ਆਏ ਉਹਨਾਂ ਦਾ ਮਨਾ ਲਿਆ, ਤੇ ਜੋ ਸਥਾਪਤੀ ਹੈ ਉਸ ਦੇ ਵੀ ਗੁਣ ਗਾ ਲਏ। ਇਹ ਗੱਲ ਬਹੁਤ ਗਲਤ ਹੈ। ਅਸੀਂ ਗੱਲਬਾਤ ਕੈਨੇਡਾ ਤੋਂ ਅੱਗੇ ਤੋਰਦੇ ਹਾਂ। ਕੈਨੇਡਾ ਦੇ ਵਿੱਚ ਜਿਹੜਾ ਨਸਲਵਾਦੀ ਢਾਂਚਾ ਜਾਂ ਉੱਤਰੀ ਅਮਰੀਕਾ 'ਚ ਜਿੱਥੇ ਅਸੀਂ ਦੇਖਦੇ ਹਾਂ ਮਾਰਟਨ ਲੂਥਰ ਕਿੰਗ ਰਹੇ, ਜੋ ਅੱਜ ਮੌਜੂਦਾ ਮਾਹੌਲ ਦੇ ਵਿੱਚ ਉੱਥੇ ਜੋ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਕੀ ਕਦਮ ਜਿਹੜੇ ਆ ਚੁੱਕਣੇ ਬਣਦੇ ਨੇ, ਕੀ ਚੁੱਕੇ ਜਾ ਰਹੇ ਨੇ। ਦੂਸਰਾ ਇਸ ਦੇ ਨਾਲ ਲੱਗਦੇ ਹੱਥ ਮੈਂ ਇਹ ਵੀ ਗੱਲ ਜਿਹੜੀ ਕਰਾਂਗਾ ਕਿ ਜਦੋਂ ਇਹਨਾਂ ਦੇ ਦਿਨ ਨੂੰ ਯਾਦ ਕਰਦੇ ਹੋਏ ਸੰਸਥਾਵਾਂ ਦੇ ਰੂਪ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਚੇਤਨਾ ਦਾ ਜਿਹੜਾ ਹੈ ਹਲੂਣਾ ਦੇਣਾ ਬਣਦਾ। ਸੋ ਤੁਸੀਂ ਆਪਣੇ ਪੱਧਰ 'ਤੇ ਵੀ ਆਪਣੀ ਸੰਸਥਾ ਦੇ ਰਾਹੀਂ ਇਹ ਉਪਰਾਲਾ ਕਰ ਰਹੇ ਹੋ ਕਿ ਇਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਚੇਤਨਾ ਲਹਿਰ ਜਿਹੜੀ ਹੈ, ਰੋਸ ਲਹਿਰ, ਉਸ ਨੂੰ ਵੀ ਖੜਾ ਕੀਤਾ ਜਾਏ, ਉਸ ਬਾਰੇ ਵੀ ਚਾਨਣਾ ਪਾਓ। ਬਹੁਤ ਸ਼ੁਕਰੀਆ ਸਵਾਲ ਪੁੱਛਣ ਲਈ ਗੁਰਿੰਦਰ ਸਿੰਘ ਜੀ, ਮੌਕਾ ਦੇ ਰਹੇ ਹੋ ਉਸ ਗੱਲ ਲਈ। ਦੇਖੋ ਅਸਾਂ ਪਿਛਲੇ ਸਾਲ ਵੀ ਅਸੀਂ ਕੀਤਾ ਸੀਗਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਨਮ ਦਿਹਾੜੇ 'ਤੇ ਜੀ। ਉਦੋਂ ਲੋਹੜੀ ਦਾ ਦਿਨ ਜਦੋਂ ਪਿਛਲੇ ਸਾਲ ਮਨਾਇਆ ਗਿਆ ਤਾਂ ਕਿਸਾਨਾਂ ਨੇ ਇਹ ਤਹਈਆ ਕੀਤਾ ਕਿ ਖੇਤੀ ਕਾਨੂੰਨ ਜਿਹੜੇ ਨੇ ਉਹਨਾਂ ਦੀ ਕਾਪੀਆਂ ਫੂਕੀਆਂ ਜਾਣ। ਸਾਡੇ ਮਨ 'ਚ ਇਹ ਆਇਆ, ਛੋਟਾ ਜਿਹਾ ਸਾਡਾ ਇੱਕ ਗਰੁੱਪ ਹੈ ਰੈਡੀਕਲ ਦੇਸੀ ਦਾ, ਕਿ ਅਸੀਂ ਇਸ ਨੂੰ ਵੱਖਰੇ ਰੂਪ 'ਚ ਕਰੀਏ, ਇਸ ਵਿੱਚ ਹੋਰ ਕੁਝ ਵਿਸ਼ਾਲ ਲਈਏ, ਕਿਉਂਕਿ ਸਾਡੀ ਲੜਾਈ ਇਕੱਲੀ ਖੇਤੀ ਕਾਨੂੰਨਾਂ ਤੱਕ ਸੀਮਤ ਨਹੀਂ ਰਹਿ ਸਕਦੀ। ਲੜਾਈ ਤਾਂ ਬਹੁਤ ਵੱਡੀ ਹੈ। ਕਾਲੇ ਕਾਨੂੰਨ ਵੀ ਬਣੇ ਹੋਏ ਨੇ, UAPA ਵਰਗੇ, ਅਫਸਪਾ ਵਰਗੇ, ਜਿਹਦੇ ਤਹਿਤ ਨਾਗੇ ਜਿਹੜੇ ਉੱਥੇ ਭੁੰਨ ਦਿੱਤੇ ਗਏ। ਅਸੀਂ ਵੇਖਦੇ ਹਾਂ ਕਿ ਨਾਗਾਲੈਂਡ ਦੇ ਵਿੱਚ, ਕਸ਼ਮੀਰ ਵਿੱਚ ਜੋ ਘੇਰਾਬੰਦੀ ਹੋ ਰਹੀ ਹੈ ਵਗੈਰਾ ਵਗੈਰਾ। ਸੋ ਸਾਡੇ ਮਨ 'ਚ ਆਇਆ ਕਿ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਲੋਕਾਂ ਨੂੰ ਹੋਕਾ ਦਿੱਤਾ ਸੀ ਕਿ ਜਿਹੜੇ ਵੀ ਕਾਨੂੰਨ ਲੋਕ ਵਿਰੋਧੀ ਹੋਣ ਉਹਨਾਂ ਦੇ ਖਿਲਾਫ ਡਟਣਾ ਇਹ ਤੁਹਾਡਾ ਇਖਲਾਕੀ ਫਰਜ਼ ਹੈ। ਬਹੁਤ ਇਸ ਗੱਲ ਦਾ ਸਾਡੇ 'ਤੇ ਪ੍ਰਭਾਵ ਪਿਆ। ਅਸੀਂ ਕਿਹਾ ਵੀ ਮਾਰਟਿਨ ਲੂਥਰ ਕਿੰਗ ਦਾ ਜਨਮ ਦਿਨ ਮਨਾਉਂਦੇ ਹਾਂ, ਕਿਸਾਨ ਆਪਣਾ ਲੋਹੜੀ ਦੇ ਮੌਕੇ 'ਤੇ ਜੋ ਕਰਨਾ ਚਾਹੁੰਦੇ ਕਰਨ, ਅਸੀਂ ਥੋੜ੍ਹਾ ਵੱਖਰਾ ਕਰਾਂਗੇ। ਅਸੀਂ 15 ਜਨਵਰੀ ਨੂੰ ਉਹਨਾਂ ਦੇ ਜਨਮ ਦਿਹਾੜੇ 'ਤੇ ਜਿਹੜਾ ਭਾਰਤੀ ਜਿਹੜਾ ਵੀਜ਼ਾ ਸੈਂਟਰ ਸਰੀ ਦੇ ਵਿੱਚ ਉਸ ਦੇ ਬਾਹਰ ਇਕੱਤਰ ਹੋ ਕੇ ਖੇਤੀ ਕਾਨੂੰਨਾਂ ਅਤੇ UAPA CAA ਅਤੇ ਹੋਰ ਜਿਹੜੇ ਵਿਵਾਦਿਤ ਕਾਨੂੰਨਾਂ ਦੀਆਂ ਕਾਪੀਆਂ ਉੱਥੇ ਫੂਕੀਆਂ ਸੀਗੀਆਂ, ਔਰ ਕੁਝ ਕਾਪੀਆਂ ਦੇ ਕਾਂਟੇ ਮਾਰ ਕੇ ਆਪਾਂ ਉਹਨਾਂ ਦੇ ਡੋਰ 'ਤੇ ਚਿਪਕਾ ਕੇ ਵੀ ਆਏ ਸੀ, ਇੱਕ ਮੈਸੇਜ ਦੇਣ ਵਾਸਤੇ ਕਿ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਸੋਚ ਦੇ ਅਧੀਨ ਅਸੀਂ ਇਹਨਾਂ ਕਾਨੂੰਨਾਂ ਨੂੰ ਦੁਤਕਾਰਦੇ ਹਾਂ। ਸੋ ਇਹ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀਗੀ। ਐਤਕੀ ਵੀ ਆਪਾਂ ਉਹ ਕਰਾਂਗੇ। ਐਤਕੀ 16 ਤਾਰੀਖ ਨੂੰ ਐਤਵਾਰ ਨੂੰ ਸ਼ਾਮ ਨੂੰ 5 ਵਜੇ ਜਿਹੜਾ ਵੀਜ਼ਾ ਦਫ਼ਤਰ ਇੰਡੀਆ ਦਾ ਉਸ ਦੇ ਬਾਹਰ ਸਰੀ ਦੇ ਬਾਹਰ ਅਸੀਂ ਇਕੱਤਰ ਹੋਵਾਂਗੇ, ਔਰ ਜਿਹੜੇ ਕਾਲੇ ਕਾਨੂੰਨ ਉਹਨਾਂ ਦੀ ਕਾਪੀਆਂ ਲਵਾਂਗੇ। ਇਹ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਗਏ ਜੀ, ਪਰ ਬਾਕੀ ਕਾਨੂੰਨ ਤਾਂ ਉੱਥੇ ਦੇ ਉੱਥੇ ਹੀ ਖੜੇ ਆ। UAPA ਤਹਿਤ ਕਿੰਨੇ ਸਿਆਸੀ ਕੈਦੀ ਜੇਲ੍ਹਾਂ 'ਚ ਸਾੜੇ ਜਾ ਰਹੇ ਆ, ਚਾਹੇ ਖੱਬੇ ਪੱਖੀ ਨੇ, ਚਾਹੇ ਉਹ ਘੱਟ ਗਿਣਤੀਆਂ ਦੇ ਕੈਦੀ ਨੇ। ਅਫਸਪਾ ਵਰਗਾ ਕਾਨੂੰਨ ਅੱਜ ਵੀ ਉੱਥੇ ਲਾਗੂ ਹੈ ਕਸ਼ਮੀਰ ਵਿੱਚ, ਨਾਗਾਲੈਂਡ 'ਚ, ਜਿਹਦੇ ਤਹਿਤ ਫੌਜ ਨੂੰ ਖੁੱਲ੍ਹੀ ਛੁੱਟੀ ਮਿਲੀ ਹੋਈ ਹੈ, ਮਨਾਈਆਂ ਕਰਦੇ ਨੇ, ਚਾਂਦੀਆਂ ਚਲਾਉਂਦੇ ਆ। ਸੋ ਸਾਡਾ ਫਰਜ਼ ਬਣਦਾ ਉਹਨਾਂ ਕਾਲੇ ਕਾਨੂੰਨਾਂ ਦੀ ਕਾਪੀਆਂ ਨੂੰ ਲੂ ਕੇ ਇੱਕ ਸੁਨੇਹਾ ਭੇਜੀਏ। ਇਹ ਸਾਡੀ ਨਿਮਾਣੀ ਦੀ ਕੋਸ਼ਿਸ਼ ਹੈ। ਬਹੁਤ ਵਧੀਆ ਜੀ, ਇਹ ਸ਼ਲਾਘਾਯੋਗ ਵੀ ਹੈ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਇਨਸਾਫ ਦੀ ਜਾਂ ਮਨੁੱਖੀ ਹੱਕਾਂ ਦੀ ਲੜਾਈ ਦੀ, ਤਾਂ ਉਸ ਲੜਾਈ ਦੇ ਵਿੱਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ। ਅਤੇ ਖਾਸ ਤੌਰ 'ਤੇ ਜਿਵੇਂ ਇਹ ਜ਼ਿਕਰਯੋਗ ਹੈ ਕਿ ਅੱਜ ਖੇਤੀ ਕਾਨੂੰਨ ਚਾਹੇ ਵਾਪਸ ਲੈ ਲਏ ਗਏ ਨੇ, ਪਰ ਜਿਹੜੇ ਬਾਕੀ ਕਾਨੂੰਨ ਤਾਂ ਉੱਥੇ ਹੀ ਨੇ, ਜਿਨ੍ਹਾਂ UAPA ਦੇ ਕਾਨੂੰਨਾਂ ਦੇ ਰਾਹੀਂ ਅੱਜ ਜੇਲ੍ਹਾਂ 'ਚ ਲੋਕ ਸੜ ਰਹੇ ਨੇ। ਇੱਕ ਪਾਸੇ ਮਾਰਟਿਨ ਲੂਥਰ ਕਿੰਗ ਦੇ ਬਾਰੇ ਵੀ ਭਾਰਤ ਦੇ ਅੰਦਰ ਵੀ ਉਸ ਦਿਨ ਮੈਸੇਜ ਦਿੱਤੇ ਜਾਣਗੇ, ਪ੍ਰਾਈਮ ਮਿਨਿਸਟਰ ਦਾ ਵੀ ਟਵੀਟ ਹੋਏਗਾ, ਹੋਰ ਵੀ ਹੈ। ਇਸ ਤਰ੍ਹਾਂ ਦਾ ਮਾਹੌਲ ਜਿਹਾ ਬਣਿਆ ਹੋਇਆ, ਰੁਚੀਆਂ, ਫਾਰਮੈਲਿਟੀ, ਰਸਮੀ।
ਪਰ ਹਕੀਕਤ ਕੁਝ ਬਦਲੀ ਹੈ। ਕੈਨੇਡਾ ਦੀ ਤੁਸੀਂ ਇੱਥੋਂ ਦੀ ਗੱਲ ਕਰਨ ਤੋਂ ਇਲਾਵਾ ਨਾਲ ਜੋ ਮੌਜੂਦਾ ਭਾਰਤ ਦਾ ਢਾਂਚਾਗਤ ਨਸਲਵਾਦ ਜਾਂ ਬਸਤੀਵਾਦ, ਨਵ ਬਸਤੀਵਾਦ ਜਿਹਨੂੰ ਮੈਂ ਕਹਾਂਗਾ, ਉਹਦੇ ਬਾਰੇ ਵੀ ਰੋਸ਼ਨੀ ਪਾਓ। ਦੇਖੋ, ਨਸਲਵਾਦ ਤਾਂ ਇੱਥੇ ਐਗਜ਼ਿਸਟ ਕਰਦਾ ਕੈਨੇਡਾ 'ਚ। ਕੈਨੇਡਾ ਵਿੱਚ ਜਿਹੜਾ ਵੰਸਵਤਾ ਦਾ ਮਾਹੌਲ ਹੈ, ਅਸੀਂ ਉਸ ਨੂੰ ਵੇਖ ਕੇ ਕਈ ਵਾਰੀ ਬਹੁਤ ਪ੍ਰਭਾਵਿਤ ਹੋ ਜਾਂਦੇ। ਅਸੀਂ ਇਹ ਨਹੀਂ ਸੋਚਦੇ ਕਿ ਇਹ ਸਾਰਾ ਕੁਝ ਸਤਹੀ ਪੱਧਰ 'ਤੇ ਹੈ। ਮੂਲ ਵਾਸੀਆਂ ਦਾ ਢਾਂਚਾਗਤ ਨਸਲਵਾਦ ਅੱਜ ਵੀ ਹੋ ਰਿਹਾ। ਤੁਸੀਂ ਵੇਖੋ ਕਿ ਮੈਨੀਟੋਬਾ 'ਚ ਰਿਪੋਰਟ ਆ ਰਹੀ ਹੈ ਕਿ 75% ਦੀ ਮੂਲ ਨਿਵਾਸੀ ਕਬੀਲਿਆਂ ਦੇ ਵਿੱਚ ਕੋਵਿਡ-19 ਦੀ ਮਹਾਮਾਰੀ ਫੈਲ ਚੁੱਕੀ ਹੈ। ਬੀਅਰ ਸਕਿਨ ਲੇਕ ਦਾ ਇਲਾਕਾ ਓਨਟਾਰੀਓ 'ਚ ਪਛੜਿਆ ਹੋਇਆ ਇਲਾਕਾ, ਮੂਲ ਵਾਸੀਆਂ ਦੀ 400 ਦੇ ਕਰੀਬ ਆਬਾਦੀ ਹੈ। ਅੱਧੀ ਆਬਾਦੀ ਨੂੰ ਕੋਵਿਡ ਹੋ ਚੁੱਕਿਆ। ਉਹਦੇ 6 ਫੌਜੀ ਭੇਜੇ ਗਏ ਨੇ ਕਿ ਲੋਕਾਂ ਨੂੰ ਸੰਕਟ 'ਚੋਂ ਕੱਢਿਆ ਜਾਵੇ। ਫਿਰ ਕੋਵਿਡ-19 ਦੀ ਮਹਾਮਾਰੀ ਦੇ ਚਲਦਿਆਂ ਏਸ਼ੀਅਨ ਲੋਕਾਂ ਦੇ ਖਿਲਾਫ ਹਮਲੇ ਹੋਏ ਨੇ। ਔਰ ਇੱਥੇ ਹੀ ਨਹੀਂ, ਸਿਰਫ ਭਾਰਤ ਵਿੱਚ ਵੀ ਜਿਹੜੇ ਉੱਤਰੀ ਪੂਰਬੀ ਰਾਜਾਂ ਦੇ ਜਿਹੜੇ ਲੋਕ ਨੇ, ਜਿਨ੍ਹਾਂ ਦੇ ਨੈਣ ਨਕਸ਼ ਚੀਨੀ ਲੋਕਾਂ ਨਾਲ ਮੇਲ ਖਾਂਦੇ ਆ, ਚੀਨੀ ਸਮਝ ਕੇ ਉਹਨਾਂ 'ਤੇ ਹਮਲੇ ਕੀਤੇ ਗਏ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋਏਗੀ? ਫਿਰ ਅਸੀਂ ਵੇਖਦੇ ਹਾਂ ਕਿ ਪਿੱਛੇ ਦਸਤਾਰਧਾਰੀ ਕਿ ਸਿੱਖ ਸੁਰੱਖਿਆ ਕਰਮੀ ਦੇ ਉੱਤੇ ਹਮਲਾ ਹੋਇਆ ਇੱਥੇ ਇੰਟੀਰੀਅਰ ਦੇ ਵਿੱਚ, ਜਿਹੜਾ ਕਿ ਸਿਰਫ ਕੋਵਿਡ-19 ਦੇ ਟੀਕਾਕਰਨ ਕੈਂਪ ਦੀ ਰਾਖੀ ਕਰ ਰਿਹਾ ਸੀ। ਨਸਲੀਆਂ ਨੇ ਉਸ ਨੂੰ ਗਾਲਾਂ ਕੱਢੀਆਂ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਹਿਜਾਬ ਲੈਣ ਵਾਲੀਆਂ ਔਰਤਾਂ 'ਤੇ ਅਲਬਰਟਾ 'ਚ ਹਮਲੇ ਤਿੱਖੇ ਹੋਏ ਨੇ। ਔਰ ਇਹ ਗੱਲਾਂ ਇਹਨਾਂ ਦਿਨਾਂ ਦੀ ਮੈਂ ਕਰ ਰਿਹਾ। ਸੋ ਹਾਲਾਤ ਇੱਦਾਂ ਦੇ ਬਣੇ ਹੋਏ ਇਸ ਵੇਲੇ, ਅਤੇ ਇਹਦਾ ਕੀ ਕੀਤਾ ਜਾਵੇ? ਇਹੀ ਹੈ ਕਿ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰੋ। ਇਹ ਜੇ ਮੰਨ ਕੇ ਬਹਿ ਜਾਓ ਕਿ ਹਾਂ ਜੀ ਕੈਨੇਡਾ 'ਚ ਸਭ ਠੀਕ ਠਾਕ ਹੈ, ਦਸਤਾਰਧਾਰੀ ਸਾਡੇ ਕੁਝ ਮੰਤਰੀ ਨੇ, ਸੰਤਰੀ ਨੇ, ਇਹ ਸਭ ਠੀਕ ਹੈ, ਇਹ ਭੁਲੇਖਾ ਬਹੁਤ ਵੱਡਾ। ਹਕੀਕਤ ਦਾ ਸਾਹਮਣਾ ਕਰੋ। ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ, ਉਸ ਦਾ ਖਤਰਾ ਦਿਨੋਂ ਦਿਨ ਵੱਧਦਾ ਜਾ ਰਿਹਾ। ਸਾਨੂੰ ਉਸ ਦੇ ਖਿਲਾਫ ਬੇਬਾਕੀ ਨਾਲ ਗੱਲ ਕਰਨੀ ਪਏਗੀ। ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਜੇ ਸੋਚ ਜੁਦਾ ਰੱਖਣਾ ਇਹ ਜ਼ਰੂਰੀ ਹੈ। ਹੁਣ ਤਾਂ ਅੱਜ ਕੱਲ੍ਹ ਤਾਂ ਫੈਸ਼ਨ ਬਣ ਗਿਆ, ਨਰਿੰਦਰ ਮੋਦੀ ਵੀ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਸ਼ਰਧਾਂਜਲੀ ਦੇ ਦੂਗਾ, ਟਰੰਪ ਵੀ ਦਿੰਦਾ ਰਿਹਾ। ਹੁਣ ਡੈਸਮੰਡ ਟੂਟੂ ਦੇ ਪਿੱਛੇ ਮੌਤ ਹੋਈ, ਅਫਰੀਕਾ ਦੇ ਬੜੇ ਵੱਡੇ ਕਦਾਵਰ, ਸਿਆਹ ਨਸਲ ਦੇ ਆਗੂ, ਉਹ ਵੀ ਧਾਰਮਿਕ ਰੁਚੀਆਂ ਵਾਲੇ ਸੀ ਬਾਈ ਦ ਵੇ। ਉਹਨਾਂ ਨੇ ਵੀ ਫਲਸਤੀਨਾਂ ਦੇ ਖਿਲਾਫ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ। ਕਸ਼ਮੀਰ ਦੇ ਮਸਲੇ 'ਤੇ ਵੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ। ਉਸ ਡੈਸਮੰਡ ਟੂਟੂ ਦੇ ਚੱਲ ਵਸਣ ਤੋਂ ਬਾਅਦ ਨਰਿੰਦਰ ਮੋਦੀ ਟਵਿੱਟਰ 'ਤੇ ਜਾ ਕੇ ਅਫਸੋਸ ਪ੍ਰਗਟਾ ਰਿਹਾ। ਹਾਸੇ ਵਾਲੀ ਗੱਲ ਇਹ ਕਿ ਡੈਸਮੰਡ ਟੂਟੂ ਵਰਗਾ ਜੇ ਅੱਜ ਹਿੰਦੁਸਤਾਨ 'ਚ ਹੁੰਦਾ, ਉਹਦਾ ਹਸ਼ਰ ਉਹੀ ਹੋਣਾ ਸੀ ਜੋ ਸਟੈਨ ਸਵਾਮੀ ਦਾ ਹੋਇਆ ਸੀ। ਤੂੰ ਕਿਹੜੇ ਮੂੰਹ ਨਾਲ ਸ਼ਰਧਾਂਜਲੀ ਦੇ ਰਿਹਾ ਡੈਸਮੰਡ ਟੂਟੂ ਨੂੰ? ਜੇ ਤੈਨੂੰ ਇੰਨਾ ਹੀ ਡੈਸਮੰਡ ਟੂਟੂ ਨਾਲ ਪਿਆਰ ਆ, ਤੇ ਸਟੈਨ ਸਵਾਮੀ ਦੀ ਕੁਰਬਾਨੀ ਘੱਟ ਸੀਗੀ ਉਸ ਈਸਾਈ ਪ੍ਰਚਾਰਕ ਦੀ, ਜਿਹੜਾ ਤੁਹਾਡੀ ਹਿਰਾਸਤ 'ਚ ਮਰਿਆ। ਤੁਸੀਂ ਉੱਤੇ ਤਾਂ ਰਹਿਮ ਖਾਧਾ ਨਹੀਂ ਗਾ, ਉਹਨੂੰ ਬਾਹਰ ਛੱਡਿਆ। ਉਹ ਵੀ ਦਬੇ ਕੁਸ਼ਤਿਆਂ ਲਈ ਖੜਾ ਸੀ। ਫਰਜ਼ੀ ਮਾਮਲੇ 'ਚ ਜਾ ਕੇ ਜੇਲ੍ਹ ਸੁੱਟ ਦਿੱਤਾ ਉਸ ਬਜ਼ੁਰਗ ਨੂੰ। ਤੇ ਡੈਸਮੰਡ ਟੂਟੂ ਨੂੰ ਕਾਹਦੀਆਂ ਤੁਸੀਂ ਇੱਥੇ ਸ਼ਰਧਾਂਜਲੀਆਂ ਦਿੰਦੇ ਫਿਰਦੇ ਹੋ? ਇਹ ਜਿਹੜੀਆਂ ਬੇਸ਼ਰਮੀ ਦੀਆਂ ਗੱਲਾਂ ਨੇ, ਇਹਦਾ ਕੋਈ ਮਤਲਬ ਹੈ ਨਹੀਂ ਗਾ। ਸੋ ਮੈਂ ਸਮਝਦਾ ਕਿ ਇਹ ਸਾਰਾ ਸਾਨੂੰ ਦੱਸਦਾ ਕਿ ਅਜੇ ਵੀ ਬੜਾ ਕੁਝ ਕਰਨ ਵਾਲਾ। ਨਾਲ ਹੀ ਜੁੜੀ ਗੱਲ ਮੈਂ ਇੱਥੇ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰੂੰਗਾ। ਜਿਵੇਂ ਹੁਣ ਕਿਸਾਨਾਂ ਦੀ ਗੱਲ ਚੱਲੀ ਸੀ ਜੀ, ਕਿਸਾਨਾਂ ਨੇ ਤਾਂ ਆਪਣੀ ਗੱਲ ਮਨਵਾ ਲਈ, ਸਾਲ ਭਰ ਬਹਿ ਲਿਆ ਦਿੱਲੀ ਦੀ ਬਰੂਹਾਂ 'ਤੇ। ਸ਼ਾਬਾਸ਼ ਉਹਨਾਂ ਆਮ ਕਿਸਾਨਾਂ ਦੇ ਜਿਹੜੇ ਉੱਥੇ ਇਮਾਨਦਾਰੀ ਨਾਲ ਗਏ। ਮੈਂ ਸਿਰਫ ਨੇਤਾਵਾਂ ਦੀ ਗੱਲ ਕਰੂੰਗਾ। ਇਹ ਉਹ ਨੇਤਾ ਨੇ ਜਿਹੜੇ ਕਸ਼ਮੀਰ ਵੇਲੇ ਚੁੱਪ ਰਹੇ ਜਦੋਂ ਮੋਦੀ ਨੇ ਮਨਮਰਜ਼ੀਆਂ ਕੀਤੀਆਂ। ਸੀਏ ਵੇਲੇ ਵੀ ਚੁੱਪ ਰਹੇ ਨੇ। ਜਦੋਂ ਆਪਣੀ ਰੋਜ਼ੀ ਰੋਟੀ ਦਾ ਮਸਲਾ ਆ ਗਿਆ, ਤੁਸੀਂ ਉੱਥੇ ਧਾੜਾ ਲੈ ਕੇ ਪਹੁੰਚ ਗਏ। ਸਾਲ ਭਰ ਬੈਠੇ ਰਹੇ। ਮੋਦੀ ਨੇ ਤੁਹਾਡੀ ਫਿਰ ਵੀ ਗੱਲ ਮੰਨ ਲਈ, ਕਾਨੂੰਨ ਵਾਪਸ ਲੈ ਲਏ। ਬਾਕੀਆਂ ਮਸਲਿਆਂ ਦਾ ਨਿਬੇੜਾ ਕਿੰਨੇ ਕਰਨਾ ਸੀਗਾ? ਉਹਦੇ 'ਚ ਤੁਹਾਡੀਆਂ ਕੀ ਪ੍ਰਾਪਤੀਆਂ ਰਹੀਆਂ ਨੇ? ਸੋ ਮਾਰਟਿਨ ਨੋਮਲਰ ਦੀ ਗੱਲ ਇਹਨਾਂ 'ਤੇ ਟੁੱਕਦੀ ਆ। ਇਹ ਜਦੋਂ ਕਸ਼ਮੀਰੀਆਂ ਦੇ ਮਗਰ ਆਏ ਫਾਸ਼ੀਵਾਦੀ, ਇਹ ਨਹੀਂ ਬੋਲੇ ਕਿਉਂਕਿ ਇਹ ਕਸ਼ਮੀਰੀ ਨਹੀਂ ਸੀਗੇ। ਜਦੋਂ ਆਦੀਵਾਸੀਆਂ ਦੇ ਮਗਰ ਅਡਾਨੀ ਅੰਬਾਨੀ ਗਏ, ਇਹ ਨਹੀਂ ਬੋਲੇ ਕਿਉਂਕਿ ਇਹ ਆਦੀਵਾਸੀ ਨਹੀਂ ਸੀ। ਜਦੋਂ ਸੀਏ ਵਰਗਾ ਕਾਨੂੰਨ ਆਇਆ, ਇਹ ਨਹੀਂ ਬੋਲੇ ਕਿਉਂਕਿ ਇਹਨਾਂ ਨੂੰ ਪ੍ਰਭਾਵਿਤ ਨਹੀਂ ਸੀ ਕਰ ਰਿਹਾ। ਜਦੋਂ ਆਪਣੀ ਦੀ ਪਈ, ਫਿਰ ਮੋਰਚਾ ਲਾ ਲਿਆ। ਔਰ ਮੋਰਚੇ ਦੀ ਪ੍ਰਾਪਤੀ ਤੋਂ ਬਾਅਦ ਫਟਾਫਟ ਕਾਲੇ ਬਹੁਤ ਸੀਗੇ, ਘਰਾਂ 'ਚ ਜਾ ਵੜੇ ਆਪਣੇ। ਹੁਣ ਚੋਣਾਂ ਲੜਨ ਲੱਗੇ ਆ। ਬਾਕੀ ਲੜਾਈਆਂ ਕਿਹਨਾਂ ਨੇ ਲੜਨੀਆਂ? ਸੋ ਇਹਨਾਂ ਲੋਕਾਂ ਨੇ ਵੀ ਕੀ ਵਚਨਬੱਧਤਾ ਮਾਰਟਿਨ ਨੋਮਲਰ ਵਰਗੇ ਕਿਸੇ ਸ਼ਖਸੀਅਤ ਪ੍ਰਤੀ, ਇਹ ਵੀ ਸਾਨੂੰ ਸੋਚਣਾ ਪਊਗਾ। ਬੜੇ ਚਿੰਤਾਜਨਕ ਮੁੱਦੇ ਦੇ ਉੱਪਰ ਇਸ ਗੱਲ ਨੂੰ ਲੈ ਕੇ ਅਸੀਂ ਜਦੋਂ ਅੱਗੇ ਤੁਰਦੇ ਹਾਂ ਕਿ ਇਹ ਗੱਲ ਹਕੀਕਤ ਹੈ ਕਿ ਕੇਵਲ ਅਤੇ ਕੇਵਲ ਮੇਰਾ ਮਸਲਾ ਅਤੇ ਮੇਰਾ ਮੁੱਦਾ ਇਹੀ ਸਭ ਕੁਝ ਹੈ, ਇੱਥੇ ਤੱਕ ਸੀਮਿਤ ਨਹੀਂ ਰਹਿਣਾ ਬਣਦਾ। ਜਦੋਂ ਅਸੀਂ ਮਨੁੱਖ ਹਾਂ, ਸੰਸਾਰ 'ਚ ਵਿਚਰਦੇ ਹਾਂ, ਅਤੇ ਸਾਰਿਆਂ ਦੇ ਵਾਸਤੇ ਸੰਤਾਪ ਜਿਹੜਾ ਹੈ ਉਸ ਨੂੰ ਹੰਢਾਈਏ। ਮਾਰਟਿਨ ਨੋਮਲਰ ਦੀ ਜਿਹੜੀ ਕਵਿਤਾ ਵੀ, ਜਿਸ ਦੀ ਗੱਲ ਯਹੂਦੀਆਂ 'ਤੇ ਹਮਲਾ ਕਰਨ ਆਏ ਚੁੱਪ ਰਹੇ, ਈਸਾਈਆਂ 'ਤੇ ਆਏ ਚੁੱਪ ਰਹੇ, ਜਾਂ ਇਸ ਤੋਂ ਬਾਅਦ ਖੱਬੇ ਪੱਖੀਆਂ 'ਤੇ, ਕਾਮਰੇਡਾਂ 'ਤੇ, ਅਖੀਰ ਨੂੰ ਮੇਰੇ 'ਤੇ ਆਏ ਤਾਂ ਕੋਈ ਨਾ ਬੋਲਿਆ। ਇਹ ਗੱਲ ਜੇ ਅੱਜ ਅਸੀਂ ਦੇਖਦੇ ਹਾਂ ਤਾਂ ਆ ਸਾਹਮਣੇ ਸਪਸ਼ਟ ਹੈ ਕਿ ਜੇ ਕਿਸਾਨੀ ਮਸਲੇ ਦੇ ਉੱਪਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਉਹ ਮਸਲਾ ਸੀ ਜਿਸ ਮਸਲੇ ਨੂੰ ਗੰਭੀਰਤਾ ਨਾਲ ਲਿਆ, ਅਤੇ ਫਿਰ ਬਾਕੀ ਮਸਲਿਆਂ 'ਤੇ ਕਿਉਂ ਚੁੱਪ ਰਹੇ? ਜਿਹੜੇ ਇਸ ਵੇਲੇ UAPA ਦੇ ਕਾਲੇ ਕਾਨੂੰਨ ਨੇ, ਜਾਂ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ 370 ਨੂੰ ਤੋੜਨ ਦਾ ਕਾਰਵਾਈ ਹੋਈ ਹੈ, ਜਾਂ ਫਿਰ ਜਿਸ ਕਿਸਮ ਦਾ ਜਿਹੜਾ ਹੈ CA ਕਾਨੂੰਨ ਜਿਹੜਾ ਹੈ
ਐਂਟੀ ਨੈਸ਼ਨਲ ਜਿਹੜਾ ਐਕਟ ਦੇ ਤੌਰ ਤੇ ਉਸ ਨੂੰ ਬਣਾਇਆ ਜਾ ਰਿਹਾ, ਜਿਹੜਾ ਉਹਦਾ ਵਿਰੋਧ ਕਰ ਰਿਹਾ, ਉਸ ਦੇ ਖਿਲਾਫ ਅਸੀਂ ਚੁੱਪ ਰਹੇ, ਫਿਰ ਇਹਦਾ ਮਤਲਬ ਇਹ ਹੈ ਕਿ ਸਾਡੀ ਜਿਹੜੀ ਗੈਰਤ ਹੈ, ਸਾਡੀ ਅਣਖ ਹੈ, ਉਹ ਮਰ ਚੁੱਕੀ ਹੈ। ਕਿਉਂ? ਅਸੀਂ ਸਿਰਫ ਦੇਖਦੇ ਹਾਂ ਪਿਕ ਐਂਡ ਚੂਜ਼, ਕੁਝ ਗੱਲ ਚੱਕ ਲਈਏ ਅਤੇ ਉਸ 'ਤੇ ਕੇਂਦਰਿਤ ਹੋਈਏ। ਪਰ ਜੇ ਮਾਰਟਨ ਲੂਥਰ ਕਿੰਗ ਵਰਗਿਆਂ ਦੀ ਗੱਲ ਕਰਨੀ ਹੈ ਤਾਂ ਫਿਰ ਸਾਨੂੰ ਉਹਨਾਂ ਸਾਰੇ ਮੁੱਦਿਆਂ 'ਤੇ ਕੇਂਦਰਿਤ ਹੋਣਾ ਪਏਗਾ, ਜਿਨ੍ਹਾਂ ਵਰਗੇ ਮੁੱਦੇ ਉਹਨਾਂ ਦੇ ਸਮੇਂ ਜਿਹੜੇ ਸਨ ਉਹਨਾਂ ਨੇ ਕਿਵੇਂ ਪਹਿਰਾ ਦਿੱਤਾ। ਅਤੇ ਜੇ ਉਹਨਾਂ ਦੀ ਗੱਲ ਕਰਨ ਵਾਲੇ, ਉਹਨਾਂ ਨੂੰ ਸ਼ਰਧਾਂਜਲੀ ਜਾਂ ਜਨਮ ਦਿਨ ਦੀ ਮੁਬਾਰਕ ਦੇਣ ਵਾਲੇ ਖੁਦ ਫਾਸ਼ੀਵਾਦੀ ਰੁਚੀਆਂ ਦੇ ਧਾਰਨੀ ਹੋਣ ਤਾਂ ਫਿਰ ਇਹ ਉਹਨਾਂ ਦਾ ਛਲਾਵਾ ਅਤੇ ਪਖੰਡ ਹੈ, ਉਸ ਨੂੰ ਵੀ ਨੰਗਾ ਕਰਨਾ ਸਾਡਾ ਫਰਜ਼ ਬਣਦਾ ਹੈ। ਪਰ ਅਸੀਂ ਆਪਣੇ ਪੱਧਰ 'ਤੇ ਇਸ ਗੱਲ 'ਤੇ ਸੁਚੇਤ ਹੋਈਏ। ਹੁਣ ਜਿਵੇਂ ਤੁਸੀਂ ਹਵਾਲੇ ਦਿੱਤੇ ਕਿ ਕੁਝ ਕੁ ਜਿਹੜੀਆਂ ਵੱਡੀਆਂ ਗੱਲਾਂ ਜਿਹੜੀਆਂ ਮਾਰਟਨ ਲੂਥਰ ਕਿੰਗ ਨੇ ਕੀਤੀਆਂ, ਐਨ ਉਹ 5-4 ਜਿਹੜੀਆਂ ਗੱਲਾਂ ਅਤੇ ਉਹਨਾਂ ਦੇ ਪੈਰਲਲ 5-4 ਜਿਹੜੇ ਮੌਜੂਦਾ ਸਮੇਂ ਚਰਚਿਤ ਮੁੱਦੇ ਨੇ, ਉਹਨਾਂ ਨੂੰ ਜੇ ਸਾਹਮਣੇ ਰੱਖ ਕੇ ਥੋੜ੍ਹਾ ਜਿਹਾ ਰੌਸ਼ਨੀ ਪਾਓ। ਦੇਖੋ ਗੱਲ ਸੰਗ, ਜਿਵੇਂ ਉਹਨਾਂ ਨੇ ਤਾਂ ਇੱਕ ਤਾਂ ਇਹ ਕਿਹਾ ਸੀ ਕਿ ਜਿਹੜੇ ਵੀ ਕਾਨੂੰਨ ਲੋਕ ਵਿਰੋਧੀ ਨੇ ਉਹਨਾਂ ਦਾ ਵਿਰੋਧ ਕਰਨਾ ਇਹ ਤੁਹਾਡਾ ਅਖਲਾਕੀ ਫਰਜ਼ ਆ ਜੀ, ਉਹ ਤਾਂ ਆਪਾਂ ਗੱਲ ਪਹਿਲਾਂ ਵੀ ਕੀਤੀ ਹੈ। ਬਿਲਕੁਲ। ਪਰ ਜਿਹੜਾ ਬਾਕੀ ਵੀ ਪੱਖ ਸੀ ਉਹਨਾਂ ਦੇ, ਮਾਰਟਿਨ ਲੂਥਰ ਕਿੰਗ ਨੇ ਜੂਨੀਅਰ ਨੇ ਜਿਵੇਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਜੰਗਾਂ ਦੇ ਉੱਤੇ ਪੈਸੇ ਨਹੀਂ ਰੋੜਨੇ ਚਾਹੀਦੇ, ਸਾਨੂੰ ਉਹੀ ਪੈਸਾ ਲੋਕਾਂ ਦੀ ਭਲਾਈ ਲਈ ਖਰਚਣਾ ਚਾਹੀਦਾ। ਅਮਨ ਸ਼ਾਂਤੀ ਦੇ ਉਹ ਮਤਲਬ ਧਾਰਨੀ ਸੀਗੇ। ਉਹ ਅਮਨ ਸ਼ਾਂਤੀ ਦੀ ਗੱਲ ਕਿੱਥੇ ਹੋ ਰਹੀ ਹੈ ਉੱਥੇ? ਜਿਹੜੇ ਹਿੰਦੁਸਤਾਨ 'ਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ, ਤੁਲਨਾ ਕੀਤੀ ਜਾਂਦੀ ਮਹਾਤਮਾ ਗਾਂਧੀ ਨਾਲ, ਇਹੋ ਜਿਹੀਆਂ ਫਜ਼ੂਲ ਕਿਸਮ ਦੀਆਂ ਤੁਲਨਾਵਾਂ, ਤੁਲਨਾਵਾਂ ਵੀ ਕਿਸੇ ਕੰਮ ਦੀਆਂ ਹੈ ਨਹੀਂ ਗੀਆਂ। ਤੁਲਨਾਵਾਂ ਦੇ ਨੁਕਸ ਪਾਸੇ ਛੱਡ ਦਈਏ, ਥੋੜ੍ਹੀ ਦੇਰ ਲਈ ਤੁਹਾਡੇ ਸੱਚ ਨੂੰ ਮੰਨ ਲੈਂਦੇ ਹਾਂ ਜਿਹੜਾ ਤੁਸੀਂ ਪ੍ਰਚਾਰਦੇ ਫਿਰਦੇ ਹੋ। ਅਤੇ ਤੁਸੀਂ ਜੇ ਮਹਾਤਮਾ ਗਾਂਧੀ ਦੇ ਵੀ ਆਪਣੇ ਨੂੰ ਅਨੁਯਾਈ ਕਹਿੰਦੇ ਹੋ, ਤੁਸੀਂ ਉੱਥੇ ਸ਼ਾਂਤੀ ਦੀ ਕਿਹੜੀ ਗੱਲ ਕਰ ਰਹੇ ਹੋ? ਡਿਫੈਂਸ ਦਾ ਬਜਟ ਤੁਹਾਡਾ ਹਨੂੰਮਾਨ ਦੀ ਪੂੰਛ ਵਾਂਗੂ ਵਧੀ ਜਾ ਰਿਹਾ, ਲੋਕਾਂ ਨੂੰ ਭਾਵੇਂ ਰੋਟੀ ਖਾਣ ਨੂੰ ਨਾ ਮਿਲਦੀ ਹੋਵੇ। ਔਰ ਸਿਰਫ ਉੱਥੇ ਦੀ ਗੱਲ ਨਹੀਂ, ਕੈਨੇਡਾ ਵਿੱਚ ਵੀ ਇਹੀ ਹਾਲ। ਇੰਨਾ ਪੈਸਾ ਮਾਰੂ ਜਹਾਜ਼ਾਂ 'ਤੇ ਖਰਚਿਆ ਜਾ ਰਿਹਾ, ਪਿੱਛੇ ਰੌਲਾ ਪਿਆ ਇੱਥੇ ਕਿ ਉਹੀ ਪੈਸਾ ਤੁਸੀਂ ਇੱਥੇ ਹੈਲਥ ਕੇਅਰ ਸਿਸਟਮ 'ਤੇ ਲਾ ਦਿਓ, ਕਲਾਈਮੇਟ ਚੇਂਜ ਵਰਗੀ ਅਲਾਮਤ 'ਤੇ ਲਾ ਦਿਓ। ਤੁਸੀਂ ਕੀ ਕਰਦੇ ਫਿਰਦੇ ਹੋ? ਆਹ ਦੇਖ ਲਓ, ਅੱਜ ਕੋਵਿਡ-19 ਵੇਲੇ ਆਪਾਂ ਹਾਲਾਤ ਇਹ ਵੇਖ ਰਹੇ ਹਾਂ ਕਿ ਕਿੱਥੇ ਇੱਥੇ ਡਾਕਟਰਾਂ ਦੀ ਘਾਟ ਪੈਦਾ ਹੋ ਗਈ ਹੈ। ਐਂਬੂਲੈਂਸਾਂ ਵਿਹਲੀਆਂ ਖੜੀਆਂ ਨੇ, ਐਂਬੂਲੈਂਸ ਦੇ ਵਿੱਚ ਪੈਰਾਮੈਡਿਕ ਸਟਾਫ ਨਹੀਂ ਹੈ ਚੜ੍ਹਨ ਵਾਸਤੇ। ਇਹ ਹਾਲਾਤ ਕੈਨੇਡਾ 'ਚ ਬਣੇ ਹੋਏ ਨੇ, ਜਿਹਦੀਆਂ ਟਾਰਾਂ ਮਾਰੀ ਜਾਂਦੀਆਂ ਸੰਸਾਰ ਭਰ ਵਿੱਚ ਕਿ ਯੂਨੀਵਰਸਲ ਹੈਲਥ ਕੇਅਰ ਸਿਸਟਮ ਬੜਾ ਵੱਡਾ ਸਾਡਾ ਸਟਰੋਂਗ ਹੈ। ਔਰ ਰਿਪੋਰਟਾਂ ਇਹ ਵੀ ਆ ਰਹੀਆਂ ਕਿ ਜਿਹੜੇ ਵਿਦੇਸ਼ੀ ਡਾਕਟਰ ਆਏ ਹੋਏ ਨੇ ਬਾਹਰੋਂ, ਵਿਦੇਸ਼ੀ ਨਰਸਾਂ ਆਈਆਂ ਹੋਈਆਂ, ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਹੁਣ ਹਵਾ ਬਣ ਰਹੀ ਕਿ ਉਹਨਾਂ ਨੂੰ ਕੰਮਾਂ 'ਚ ਰੱਖੋ ਤਾਂ ਜੋ ਲੋਕਾਂ ਨੂੰ ਨਿਜਾਤ ਮਿਲੇ। ਆਪਣੀ ਲੋੜ ਪਈ ਤੇ ਹੁਣ ਇਹ ਅਹਿਸਾਸ ਹੋ ਰਿਹਾ ਇਸ ਗੱਲ ਦਾ। ਜੀ, ਕਿੰਨੇ ਸਾਲਾਂ ਤੋਂ ਵਿਦੇਸ਼ੀ ਡਾਕਟਰ, ਵਿਦੇਸ਼ੀ ਨਰਸਾਂ ਆ ਕੇ ਰੁੜ ਰਹੇ ਇੱਥੇ, ਰੋਜ਼ੀ ਰੋਟੀ ਕਮਾਉਣ ਲਈ ਕੋਈ ਹੋਰ ਸਾਧਨ ਜੁਟਾ ਰਹੇ ਨੇ, ਅਤੇ ਤੁਸੀਂ ਉਹਨਾਂ ਨੂੰ ਆਪਣੇ ਨੌਕਰੀਆਂ ਦੇਣ ਲਈ ਤਿਆਰ ਨਹੀਂ ਗਏ। ਇਹ ਵੀ ਨਸਲਵਾਦ ਹੈ, ਮਾਫ਼ ਕਰਨਾ, ਕਿਉਂਕਿ ਉਹਨਾਂ ਦੀ ਚਮੜੀ ਦਾ ਰੰਗ ਵੱਖਰਾ, ਉਹ ਫਿਰਕਿਆਂ ਤੋਂ ਆਏ ਹੋਏ ਨੇ, ਵੱਖਰੇ ਦੇਸ਼ਾਂ ਤੋਂ ਆਏ ਹੋਏ। ਡਾਕਟਰੀ ਵਿੱਦਿਆ ਤਾਂ ਇੱਕੋ ਜਿਹੀ ਸਾਰੇ ਸੰਸਾਰ ਦੇ ਵਿੱਚ, ਇਹਦਾ ਗੱਲ ਪਤਾ ਹੋ ਚੁੱਕੀ ਹੈ। ਜੇ ਉਹੀ ਡਾਕਟਰ ਅਸੀਂ ਅਕੋਮੋਡੇਟ ਕੀਤੇ ਹੁੰਦੇ ਹੁਣ ਤੱਕ, ਅਤੇ ਇਹ ਆਹ ਘਾਟ ਪੈਦਾ ਹੋਣੀ ਸੀਗੀ। ਹੁਣ ਓਮੀਕਰੌਨ ਨੇ ਹੱਥਾਂ ਪੈਰਾਂ ਦੀ ਪਾਤੀ ਹੈ, ਸਰਜਰੀਆਂ ਜਿਹੜੀਆਂ ਮੁਲਤਵੀ ਕਰਨੀਆਂ ਪੈ ਰਹੀਆਂ। ਜੇ ਡਾਕਟਰ ਨਰਸਾਂ ਹੁੰਦੇ ਉਹਨਾਂ ਭਾਈਚਾਰਿਆਂ ਦੇ ਜਿਹੜੇ ਕੋਈ ਟੈਕਸੀ ਚਲਾ ਰਿਹਾ, ਕੋਈ ਹੋਰ ਕੰਮ ਕਰ ਰਿਹਾ, ਅਤੇ ਇਹ ਮਾਹੌਲ ਨਹੀਂ ਸੀ ਬਣਨਾ। ਸੋ ਇਸ ਕਰਕੇ ਨਸਲਵਾਦ ਦੇ ਬਾਰੇ ਗੱਲਾਂ ਕਰਨੀਆਂ, ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਵਧਾਈ ਆਪਣਾ ਸ਼ਰਧਾਂਜਲੀਆਂ ਦੇਈ ਜਾਣੀਆਂ, ਉੱਥੇ ਗਾਂਧੀ ਦੇ ਨਾਲ ਤੁਲਨਾ ਕਰਨੀ, ਫਿਰ ਗਾਂਧੀ ਨੂੰ ਸ਼ਰਧਾਂਜਲੀ ਦੇਣੀ, ਇਹਨਾਂ ਗੱਲਾਂ ਦਾ ਕੋਈ ਮਤਲਬ ਹੈ ਨਹੀਂਗਾ ਜੇ ਉਹ ਸੋਚ 'ਤੇ ਪੈਰੇ ਨਹੀਂ ਸੀ ਦੇ ਰਹੇ, ਜਿਹੜੀ ਸੋਚ ਨੂੰ ਇਹ ਲੋਕ ਪਰਨਾਏ ਹੋਏ ਸੀਗੇ। ਸੋ ਇਹਨਾਂ ਗੱਲਾਂ ਦਾ ਕੋਈ ਮਾਣਾ ਨਹੀਂਗਾ। ਇਹ ਗੱਲ ਹਕੀਕਤ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਨਸਲਵਾਦ ਜਾਂ ਜਿਹੜਾ ਵਿਤਕਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰੋਖ ਰੂਪ ਦੇ ਵਿੱਚ ਅੱਜ ਵੀ ਚੱਲ ਰਿਹਾ ਹੈ, ਉਸ ਨੂੰ ਜਿਨ੍ਹਾਂ ਨੇ ਹੰਢਾਇਆ ਉਹ ਮਹਿਸੂਸ ਕਰ ਸਕਦੇ ਨੇ ਕਿ ਮਾਰਟਿਨ ਲੂਥਰ ਕਿੰਗ ਦੀ ਸੋਚ ਦੀ ਪ੍ਰਸੰਗਿਕਤਾ ਅੱਜ ਕਿਉਂ ਹੈ ਅਤੇ ਕਿਵੇਂ ਹੈ। ਇਹਦੀ ਮਿਸਾਲ ਜੇ ਪਿੱਛੇ ਜੇ ਕੈਨੇਡਾ ਦੀ ਧਰਤੀ 'ਤੇ ਅਸੀਂ ਦੇਖਿਆ, ਕੁਝ ਐਗਜ਼ਾਮ ਜਿਹੜੇ ਸਨ ਲਾਗੂ ਹੋਏ। ਬੇਸ਼ੱਕ ਇੱਥੋਂ ਦੀ ਨੈਸ਼ਨਲ ਭਾਸ਼ਾ ਅੰਗਰੇਜ਼ੀ ਜਾਂ ਫਰਾਂਸੀਸੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹਦਾ ਉਚਾਰਨ ਬਕਾਇਦਾ ਤੌਰ 'ਤੇ ਉਸੇ ਤਰ੍ਹਾਂ ਹੋਵੇ। ਇਹ ਵੀ ਇੱਕ ਨਸਲਵਾਦ ਹੈ ਕਿ ਜੇਕਰ ਕੋਈ ਬੋਲਦਾ ਹੋਰ ਭਾਸ਼ਾਈ ਵਿਅਕਤੀ, ਜਿਸ ਦੀ ਮਾਂ ਬੋਲੀ ਕੋਈ ਹੋਰ ਹੈ, ਸਿਰਫ ਅਤੇ ਸਿਰਫ ਉਸੇ ਤਰ੍ਹਾਂ ਬੋਲੇ ਜਿਵੇਂ ਕਿ ਚਿੱਟ ਚਮੜੀਏ ਜਾਂ ਖਾਸ ਦੇਸ਼ ਦੇ ਲੋਕ ਬੋਲਦੇ ਨੇ, ਉਹ ਇੱਕ ਬਹੁਤ ਵੱਡਾ ਨਸਲਵਾਦ ਹੈ। ਅਤੇ ਇਹ ਇੱਕ ਹੀਣ ਭਾਵਨਾ ਵੀ ਹੈ, ਸਾਡੇ ਲੋਕਾਂ 'ਚ ਵੀ ਹੈ, ਕਿਉਂਕਿ ਅਸੀਂ ਨਕਲ ਕਰਦੇ ਕਰਦੇ ਆਪਣੇ ਨਾਮ ਵੀ ਉਚਾਰਨ ਸ਼ੁੱਧ ਨਹੀਂ ਕਰਦੇ, ਆਪਣੇ ਨਾਮਾਂ ਨੂੰ ਪਹਿਲਾਂ ਵਿਗਾੜਦੇ ਹਾਂ। ਵਿਗਾੜ ਕੇ ਜਿਵੇਂ ਜਿਨ੍ਹਾਂ ਲੋਕਾਂ ਤੋਂ ਨਹੀਂ ਬੋਲੇ ਜਾਂਦੇ ਉਵੇਂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਨਾਮਾਂ ਨੂੰ। ਇਹ ਮਿਸਾਲ ਕੁਝ ਵੀ ਹੈ। ਜੇ ਮੈਂ ਬਕਾਇਦਾ ਆਪਣੇ ਤੌਰ 'ਤੇ ਦੇਖਾਂ ਤਾਂ ਧਾਲੀਵਾਲ ਇੱਕ ਸ਼ਬਦ ਸਿੰਪਲ ਹੈ, ਪਰ ਅਸੀਂ ਡੌਲੀਵਾਲ ਕਹਿਣਾ ਜਾਂ ਕੁਛ ਹੋਰ। ਇਸੇ ਤਰ੍ਹਾਂ ਅਨੇਕਾਂ ਹੋਰ ਮਿਸਾਲਾਂ ਨੇ। ਇੱਕ ਪਿੱਛੇ ਜੇ ਵੈਟਰਨਰੀ ਡਾਕਟਰਾਂ ਦਾ ਮਸਲਾ ਆਇਆ, ਡਾਕਟਰਾਂ ਦੇ ਐਗਜ਼ਾਮ ਦੇ ਅਨੁਸਾਰ ਜੋ ਉਹਨਾਂ ਲਈ ਨੰਬਰ ਸਨ, ਠੀਕ ਹੈ, ਉਹ ਇੱਕ ਨਿਰਧਾਰਤ ਸਾਰਣੀ ਸੀ, ਪਰ ਹੋਇਆ ਕੀ ਕਿ ਉਹਨਾਂ ਦੇ ਉਚਾਰਨ, ਉਹਨਾਂ ਦੀ ਭਾਸ਼ਾ ਜਿਹੜੀ ਅੰਗਰੇਜ਼ੀ, ਉਸ ਦੇ ਨੰਬਰ, ਉਸ ਨੂੰ ਆਧਾਰ ਬਣ ਕੇ ਇੱਕ ਨਸਲਵਾਦੀ ਵਰਤਾਰਾ ਸ਼ੁਰੂ ਹੋਇਆ।
ਤੇ ਉਹ ਵਰਤਾਰਾ ਇਹ ਨਹੀਂ ਦੇਖਿਆ ਕਿ ਇਲਾਜ ਜਿਹੜੇ ਪਸ਼ੂਆਂ ਦਾ ਜਾਂ ਵੈਟਰਨਰੀ ਡਾਕਟਰ ਉਹਨਾਂ ਦਾ ਸਹੀ ਕਰ ਵੀ ਸਕਦੇ ਕਿ ਨਹੀਂ, ਉਹ ਨਹੀਂ ਦੇਖਿਆ ਗਿਆ। ਦੇਖਿਆ ਇਹ ਗਿਆ ਕਿ ਭਾਸ਼ਾ ਇਹ ਬੋਲਦੇ ਕਿਵੇਂ ਨੇ, ਸਾਡੀ ਭਾਸ਼ਾ 'ਚ ਇਹਨਾਂ ਦੇ ਨੰਬਰ ਕਿਵੇਂ ਨੇ, ਤੇ ਇਹਨਾਂ ਦਾ ਉਚਾਰਨ ਹੂ ਬਹੂ ਹੈ ਕਿ ਨਹੀਂ। ਕਿੰਨੇ ਸਾਲ ਕੇਸ ਲੜਿਆ, ਤੇ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਦੀ ਦੂਜੀ ਧਿਰ ਬਣਨ ਵਾਲੇ ਵਿਅਕਤੀਆਂ ਦੇ ਵਿੱਚੋਂ ਵੀ ਸਾਡੇ ਰੰਗ ਤੇ ਚਮੜੀ ਦੇ ਲੋਕ ਸਨ। ਇਹ ਇੱਕ ਇਤਿਹਾਸਕ ਵਰਤਾਰਾ ਜਿਹੜਾ ਕਿ ਸਾਡੀ ਹੀਣ ਭਾਵਨਾ ਦਾ ਅਹਿਸਾਸ ਦਿਵਾਉਂਦਾ। ਸਾਡੇ ਅੰਦਰ ਜਿਹੜਾ ਕੰਪਲੈਕਸ ਹੈ ਉਹ ਬੜਾ ਮਾੜਾ ਹੈ, ਜਿਸ ਨੂੰ ਕਿ ਇੱਕ ਖਾਸ ਵਰਗ ਦੇ ਲੋਕ ਜਿਹੜੇ ਕਿ ਚਿੱਟੀ ਚਮੜੀ ਦੇ ਖਾਸ ਕਰ ਨੇ, ਉਹ ਇੱਕ ਨਸਲਵਾਦ ਦੇ ਤੌਰ ਤੇ ਵਰਤਦੇ ਨੇ ਤੇ ਸਾਡੇ 'ਚੋਂ ਚੁਣ ਲੈਂਦੇ ਨੇ। ਤੇ ਸਾਡੇ ਬੰਦੇ ਆਪਣੀ ਪਹਿਲਾਂ ਪਛਾਣ ਉਵੇਂ ਬਣਾਉਂਦੇ ਨੇ, ਫਿਰ ਆਪਣੀ ਜ਼ੁਬਾਨ ਉਵੇਂ ਬਣਾਉਂਦੇ ਨੇ, ਉਹਨਾਂ ਵਾਂਗੂ ਬੋਲਦੇ ਨੇ, ਫਿਰ ਆਪਣੇ ਭਾਈਚਾਰੇ ਦੇ ਉਲਟ ਵਰਤਦੇ ਨੇ। ਮਾਰਟਨ ਲੂਥਰ ਕਿੰਗ ਜੂਨੀਅਰ ਵਰਗੇ ਪੀੜਤ ਵਰਗ ਨਾਲ ਖੜੇ, ਆਪਣੇ ਲੋਕਾਂ ਨਾਲ ਖੜੇ ਜਿਨ੍ਹਾਂ ਨਾਲ ਬੇਇਨਸਾਫੀ ਸੀ। ਇਉਂ ਨਹੀਂ ਕਿ ਤੇਲ ਦੇਖੋ ਤੇਲ ਦੀ ਧਾਰ ਦੇਖੋ, ਆਪਣੇ ਵਾਸਤੇ ਤੁਸੀਂ ਉਹਨਾਂ ਲੋਕਾਂ ਨਾਲ ਰਲ ਕੇ ਜਿਹੜੇ ਨਸਲਵਾਦ ਕਰਦੇ ਨੇ। ਐਸੀਆਂ ਮਿਸਾਲਾਂ ਬਹੁਤ ਗੁਰਪ੍ਰੀਤ ਸਿੰਘ ਜੀ ਮਿਲਦੀਆਂ ਜਿੱਥੇ ਭਾਸ਼ਾ ਦੇ ਤੌਰ ਤੇ, ਪਛਾਣ ਦੇ ਤੌਰ ਤੇ ਸਾਡੇ ਲੋਕ ਵੀ ਨਕਲਚੀ ਬਣ ਜਾਂਦੇ ਨੇ ਤੇ ਆਪਣੀ ਹੋਂਦ ਨੂੰ ਉਹਦੇ ਵਿੱਚ ਰਲਗੱਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਚਲੋ ਇੱਕ ਗੱਲ ਦੀ ਤਸੱਲੀ ਹੈ ਕਿ ਤੁਸੀਂ ਵੀ ਇਸ ਗੱਲ ਤੇ ਮਾਣ ਕਰੋ, ਮੈਂ ਵੀ ਕਰਦਾ ਕਿ ਨਾ ਤੁਸੀਂ ਗੈਰੀ ਬਣੇ ਨਾ ਮੈਂ ਗੈਰੀ ਬਣਿਆ। ਬਿਲਕੁਲ, ਮੈਂ ਗੁਰਪ੍ਰੀਤ ਹਾਂ, ਤੁਸੀਂ ਗੁਰਵਿੰਦਰ ਹੋ, ਅਸੀਂ ਨਾਂ ਨਹੀਂ ਬਦਲੇ। ਲੋਕਾਂ ਨੇ ਪਤਾ ਨਹੀਂ ਕਿਹੋ ਜਿਹੇ ਨਾਂ ਰੱਖੇ ਹੋਏ ਆ ਕਿ ਕਈ ਵਾਰੀ ਸ਼ਕਲ ਵੇਖੋ ਤਾਂ ਨਾਂ ਸੁਣੋ ਤੇ ਹਾਸਾ ਵੀ ਬੜਾ ਆਉਂਦਾ ਕਿ ਕੋਈ ਮੈਚ ਨਹੀਂ ਆਪਸ 'ਚ ਬਣ ਰਿਹਾ। ਚਲੋ ਖੈਰ, ਉਦੋਂ ਉਹਨਾਂ ਨੂੰ ਮੁਬਾਰਕ ਹੋਵੇ ਜਿਨ੍ਹਾਂ ਨੇ ਆਪਣੀ ਪਛਾਣ ਦਾ ਸਤਿਆਨਾਸ਼ ਸਾਫ਼ ਕੀਤਾ। ਅਗਲੀ ਗੱਲ ਇਹ ਕਿ ਜਿਹੜਾ ਪਸ਼ੂਆਂ ਦੇ ਡਾਕਟਰਾਂ ਬਾਰੇ ਆਪਾਂ ਗੱਲ ਕਰ ਲਈਏ। ਹੁਣ ਪਸ਼ੂਆਂ ਨੇ ਕਿਹੜਾ ਅੰਗਰੇਜ਼ੀ ਪੰਜਾਬੀ ਬੋਲਣੀ ਤੁਹਾਡੇ ਨਾਲ, ਹਿੰਦੀ ਬੋਲਣੀ ਆ, ਫਰਾਂਸੀਸੀ ਬੋਲਣੀ ਆ, ਉਹਨਾਂ ਨੇ ਤਾਂ ਕੋਈ ਜ਼ਬਾਨ ਤੁਹਾਡੇ ਨਾਲ ਮੇਲ ਹੀ ਨਹੀਂ ਖਾਂਦੀ। ਇਲਾਜ ਤੁਸੀਂ ਪਸ਼ੂਆਂ ਦਾ ਕਰਨਾ, ਉੱਥੇ ਇਹ ਗੱਲ ਕਿਵੇਂ ਮਾਣਾ ਕਰ ਰਹੀ ਕਿ ਤੁਹਾਡੀ ਅੰਗਰੇਜ਼ੀ ਕਿੰਨੀ ਕੁ ਵਧੀਆ ਕਿੰਨੀ ਕੁ ਨਹੀਂ। ਇਹ ਤਾਂ ਆਪਣੇ ਆਪ 'ਚ ਹੀ ਬਹੁਤ ਮਾੜੀ ਗੱਲ ਸੀ ਕਿ ਟੈਸਟ ਇੰਨਾ ਸਖਤ ਕਰ ਦਿੱਤਾ ਗਿਆ। ਅਫਸੋਸ ਦੀ ਗੱਲ, ਉਹ ਜਿਹੜੇ ਵਿਰੋਧ ਕਰਨ ਵਾਲਿਆਂ ਦੇ ਵਿੱਚ ਸਾਡੇ ਹੀ ਭਾਈਚਾਰੇ ਦੇ ਉਹ ਲੋਕ ਵੀ ਸ਼ਾਮਲ ਸੀ ਜਿਹੜੇ ਆਪਣੇ ਨੂੰ ਬਹੁਤ ਅੱਗੇ ਵਧੂ ਕਹਾਉਂਦੇ ਨੇ। ਸਟੇਜਾਂ ਤੋਂ ਜਿਹੜੇ ਪਾਤਰ ਸਾਹਿਬ ਦੀਆਂ ਗਜ਼ਲਾਂ ਗਾਉਣੀਆਂ ਤੇ ਕੰਮ ਕੁਝ ਹੋਰ ਕਰਨੇ, ਇਹਨਾਂ ਦਾ ਆਪਾਂ ਕੀ ਕਰ ਸਕਦੇ ਹਾਂ। ਇਹ ਵੀ ਬੜਾ ਅਫਸੋਸ ਹੈ ਕਿ ਸਾਡੇ ਹੀ ਭਾਈਚਾਰੇ 'ਚ ਉਹ ਲੋਕ ਬੈਠੇ ਆ ਜਿਹੜੇ ਕਿ ਜਿਨ੍ਹਾਂ ਨੇ ਨਸਲਵਾਦ ਨੂੰ ਅੰਤਰਗ੍ਰਹਿਣ ਕਰ ਲਿਆ, ਇੰਟਰਨਲਾਈਜ਼ ਕਰ ਲਿਆ। ਇਹ ਮੰਨ ਲਿਆ ਕਿ ਚਿੱਟੀ ਚਮੜੀ ਵਾਲੇ ਲੋਕ ਹੀ ਵਧੀਆ ਫੈਸਲਾ ਲੈ ਸਕਦੇ ਆ, ਵਧੀਆ ਜੋਬ ਉਹੀ ਕਰ ਸਕਦੇ। ਗੋਰਿਆਂ ਦੇ ਸਟੋਰਾਂ 'ਚ ਜਾ ਕੇ ਖਰੀਦੋ ਫਰੋਖਤ ਕਰਨ 'ਚ ਬੜਾ ਮਾਣ ਮਹਿਸੂਸ ਕਰਦੇ ਨੇ ਤੇ ਆਪਣੇ ਸਟੋਰਾਂ ਵਿੱਚ ਜਾ ਕੇ ਨੱਕ ਮੂੰਹ ਚਾੜਦੇ ਨੇ। ਇਹੋ ਜਿਹੇ ਲੋਕ ਸਾਡੇ ਭਾਈਚਾਰੇ 'ਚ ਵੀ ਬੈਠੇ ਹੋਏ, ਜਿਨ੍ਹਾਂ 'ਚ ਇਸ ਕਿਸਮ ਦੀ ਕੋਈ ਭਾਵਨਾ ਨਹੀਂ ਕਿ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਕਿਵੇਂ ਅਸੀਂ ਬੁਲੰਦੀਆਂ 'ਤੇ ਲੈ ਕੇ ਜਾਣਾ। ਜੇ ਕੋਈ ਸਾਡੇ ਨਾਲ ਦਾ ਡਿੱਗ ਰਿਹਾ, ਉਹਦੀ ਕਿਵੇਂ ਮਦਦ ਕਰਨੀ ਹੈ। ਨਸਲਵਾਦ ਜਦੋਂ ਹੁੰਦਾ ਤਾਂ ਸਗੋਂ ਨਸਲਵਾਦ ਦੀ ਹਕੀਕਤ ਨੂੰ ਉੱਤੇ ਘੱਟਾ ਪਾਉਣ ਦਾ ਕੰਮ ਕਰਦੇ ਆ। ਖਾਲਸਾ ਦਿਵਸ ਸਾਡੇ ਦੀ ਗੱਲ ਕਰ ਲੈਂਦੇ ਆਪਾਂ, ਜਿਹਦਾ ਬੂਟਾ ਗਦਰੀਆਂ ਨੇ ਲਾਇਆ ਸੀ ਨਸਲਵਾਦ ਦੇ ਖਿਲਾਫ, ਜਿਹਨਾਂ ਨੇ ਝੰਡਾ ਚੁੱਕਿਆ ਸੀਗਾ। ਇੱਕ ਗੋਰੇ ਨੇ ਕਾਮਾਗਾਟਾ ਮਰ ਦੀ ਯਾਦਗਾਰ 'ਤੇ ਜਾ ਕੇ ਪਿਸ਼ਾਬ ਕੀਤਾ ਔਰ ਉਸ ਹਕੀਕਤ ਨੂੰ ਤੇ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਹਦੇ ਮੈਂਟਲ ਹੈਲਥ ਇਸ਼ੂਜ਼ ਨੇ। ਉਸ ਮਸਲੇ ਨੂੰ ਇੰਨਾ ਘਟਾ ਦਿੱਤਾ ਗਿਆ ਕਿ ਉਸ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਸੀ। ਐਡਾ ਵੱਡਾ ਨਿਰਾਦਰ, ਐਡਾ ਵੱਡਾ ਅਪਮਾਨ ਸਾਡੇ ਬਜ਼ੁਰਗਾਂ ਦਾ ਕੀਤਾ ਗਿਆ ਔਰ ਉਹ ਸੰਸਥਾ ਵੱਲੋਂ ਜਿਹੜੀ ਕਾਮਾਗਾਟਾ ਮਾਰੂ ਦੇ ਆਪਣੇ ਵਾਰਸ ਵੀ ਕਹਾਉਂਦੇ ਨੇ। ਇਹ ਜਿਹੜੀਆਂ ਗੱਲਾਂ ਸਾਡੇ ਭਾਈਚਾਰੇ 'ਚ ਹੋ ਰਹੀਆਂ ਪਰਦਾ ਪੋਚੀ ਵਾਲੀਆਂ, ਇਹ ਮੈਂ ਸਮਝਦਾ ਕੋਈ ਬਹੁਤੀ ਚੰਗੀ ਗੱਲ ਨਹੀਂ, ਇਹ ਬਹੁਤਾ ਚੰਗਾ ਰੁਝਾਨ ਨਹੀਂਗਾ। ਨਸਲਵਾਦ ਜਦੋਂ ਹੁੰਦਾ ਡਟ ਕੇ ਉਸ ਦੇ ਖਿਲਾਫ ਬੇਬਾਕੀ ਨਾਲ ਗੱਲ ਕਰੋ। ਤੁਸੀਂ ਕਮਾਲ ਦੀ ਮਿਸਾਲ ਦਿੱਤੀ ਹੈ ਕਿ ਇਸ ਤਰ੍ਹਾਂ ਬੇਹੁਰਮਤੀ ਕਰਨੀ ਸਾਡੇ ਯੋਧਿਆਂ ਦੇ ਸਥਾਨ ਦੀ, ਜਾਂ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਦੀ ਉਸ ਯਾਦਗਾਰ 'ਤੇ ਇੱਕ ਚਿੱਟ ਚਮੜੀਏ ਵਿਅਕਤੀ ਵੱਲੋਂ ਐਸਾ ਕੁਛ ਕੀਤਾ ਗਿਆ। ਜ਼ੁਬਾਨ ਬੰਦ ਕਰ ਲਈ ਗਈ ਕਿ ਕਿਸ ਤਰ੍ਹਾਂ ਬੋਲਾਂਗੇ ਬਹੁ ਗਿਣਤੀ ਦੇ ਖਿਲਾਫ। ਹਾਂ, ਕੌਂਸਲੇਟ ਜਾਂ ਉਸ ਦੇ ਨਾਲ ਜਾਂ ਇਹਨਾਂ ਲੋਕਾਂ ਦੇ ਵੱਲੋਂ ਉਦੋਂ ਜ਼ਰੂਰ ਬੋਲਿਆ ਗਿਆ ਜਦੋਂ ਬਿੱਠਾਂ ਕਰ ਗਏ ਪੰਛੀਆਂ ਦੀਆਂ ਬਿੱਠਾਂ। ਉਹ ਕਮਾਲ ਹੋ ਗਈ। ਪੰਛੀਆਂ ਨੂੰ ਕਿੱਥੇ ਜਾ ਕੇ ਗ੍ਰਿਫਤਾਰ ਕਰੋਗੇ, ਉਹਨਾਂ ਦੇ ਖਿਲਾਫ ਕਾਨੂੰਨ ਲਾਓਗੇ, ਉਹਨਾਂ ਲਈ ਤਾਂ ਸਭ ਕੁਝ ਠੀਕ ਹੈ। ਉਹਨਾਂ ਨੇ ਬਿੱਠ ਕਰਤੀ, ਕੁਦਰਤੀ ਵਰਤਾਰਾ ਹੈ, ਉਹਦੇ 'ਤੇ ਬੜੀ ਤਕਲੀਫ ਹੋਈ, ਉਹਦੇ 'ਤੇ ਬੜਾ ਕੁਛ ਕਾਰਵਾਈ ਕਰੋ। ਕੀ ਕਰੋਗੇ ਵੀ ਕਾਰਵਾਈ? ਉਹਨਾਂ ਨੂੰ ਕੈਦ ਕਰ ਲਓਗੇ? ਉਹ ਤਾਂ ਪੰਛੀ ਨੇ ਉੱਡਦੇ ਕਰ ਗਏ। ਪਰ ਜਿਹੜਾ ਬੰਦਾ ਚੰਗਾ ਭਲਾ ਦੋ ਲੱਤਾਂ ਵਾਲਾ ਉੱਥੇ ਮੂਦਦਾ ਫਿਰਦਾ ਉਸ ਯਾਦਗਾਰ 'ਤੇ, ਉੱਥੇ ਤੁਹਾਡੇ ਤੋਂ ਕੁਝ ਨਹੀਂ ਸਰਿਆ। ਇਹਦਾ ਮਤਲਬ ਆਪਣੀ ਹੀਣ ਭਾਵਨਾ, ਇਸ ਹੀਣ ਭਾਵਨਾ ਨੂੰ ਦੂਰ ਕਰਨ ਦੀ ਲੋੜ ਹੈ। ਅਤੇ ਜਿਹੜੀ ਬਹੁ ਗਿਣਤੀ ਜਾਂ ਵੱਡੀ ਜਿਹੜੀ ਕੋਈ ਵੀ ਭਾਈਚਾਰੇ ਦੀ ਸੋਚ ਦੇ ਅੱਗੇ ਗੋਡੇ ਟੇਕਣੇ ਸਿਰਫ ਇਸ ਕਰਕੇ ਕਿ ਅਸੀਂ ਇਹਨਾਂ ਨੂੰ ਖੁਸ਼ ਕਰ ਲਈਏ, ਇਹ ਇੱਕ ਬਹੁਤ ਵੱਡਾ ਧੋਖਾ ਆਪਣੇ ਆਪ ਨਾਲ। ਜਦੋਂ ਅਸੀਂ ਮਾਰਟਨ ਲੂਥਰ ਕਿੰਗ ਦੀ ਜਾਂ ਮਾਰਟਨ ਨੋਮਿਲਰ ਵਰਗਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਆਪਣੇ ਅੰਦਰੋਂ ਇਹ ਭਾਵਨਾ ਦੂਰ ਕਰਨੀ ਪਏਗੀ। ਇਹੀ ਵਰਤਾਰਾ ਜੇ ਅਸੀਂ ਦੂਰ ਕਰ ਲਿਆ ਤਾਂ ਸਮਝੋ ਸਾਡੇ ਇਹ ਦਿਨ ਮਨਾਏ ਸਫਲ ਨੇ। ਅਸੀਂ ਮਾਣ ਕਰੀਏ ਆਪਣੀ ਪਛਾਣ 'ਤੇ, ਆਪਣੀ ਜ਼ੁਬਾਨ 'ਤੇ, ਆਪਣੇ ਨਾਮ 'ਤੇ। ਅਸੀਂ ਮਾਣ ਕਰੀਏ ਕਿ ਸਾਡਾ ਆਪਣਾ ਵਿਰਸਾ ਇਤਿਹਾਸ ਹੈ। ਅਸੀਂ ਮਾਣ ਕਰੀਏ ਕਿ ਸਾਡੇ ਵੱਡੇ ਵਡੇਰਿਆਂ ਨੇ
ਉਹਨਾਂ ਤਾਕਤਾਂ ਦੇ ਖਿਲਾਫ ਲੜਾਈ ਕੀਤੀ ਹੈ ਜਿਹੜੀ ਐਸਟੈਬਲਿਸ਼ਮੈਂਟ ਸੀ। ਪਰ ਅਸੀਂ ਜਦੋਂ ਇਤਿਹਾਸ ਵੀ ਪੜ੍ਹਦੇ ਹਾਂ ਕੈਨੇਡਾ ਦਾ, ਅਸੀਂ ਉਸ ਵੇਲੇ ਵੀ ਕੋਸ਼ਿਸ਼ ਕਰਦੇ ਹਾਂ ਕਿ ਉਸ ਇਤਿਹਾਸ ਦੇ ਵਿੱਚ ਜਿਹੜੇ ਅਸਲੀ ਸਾਡੇ ਪਾਇਨੀਅਰ ਨੇ, ਜਿਹੜੇ ਐਸਟੈਬਲਿਸ਼ਮੈਂਟ ਦੇ ਖਿਲਾਫ ਤੇ ਨਸਲਵਾਦ ਦੇ ਖਿਲਾਫ ਲੜੇ, ਉਹਨਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ ਤੇ ਆਪਣੇ ਅਸਥਾਨਾਂ ਤੇ ਜਿਹੜੇ ਉਹਨਾਂ ਲੋਕਾਂ ਦੇ ਲਈ ਲੜਦੇ ਰਹੇ, ਉਹਨਾਂ ਦੇ ਝੰਡੇ ਚੁੱਕ ਕੇ ਜਿਹੜੇ ਚਿੱਟ ਚਮੜੀਏ ਜਾਂ ਅੰਗਰੇਜ਼ ਹਕੂਮਤ ਸੀ ਉਹਨਾਂ ਦੇ ਗੁਣ ਗਾਉਂਦੇ ਰਹੇ, ਉਹਨਾਂ ਨੂੰ ਅਸੀਂ ਕੱਢ ਕੇ ਪਾਇਨੀਅਰ ਬਣਾਤਾ ਆਪਣੇ, ਤੇ ਉਹਨਾਂ ਦੇ ਵੱਡੇ ਵੱਡੇ ਬੁੱਤ ਵੀ ਬਣਾ ਦਿੱਤੇ, ਗੁਰਦੁਆਰਿਆਂ 'ਚ ਵੀ ਲਾ ਦਿੱਤੇ, ਘੋੜਿਆਂ 'ਤੇ ਚਾੜ੍ਹਤੇ, ਤਮਗੇ ਲਾਤੇ। ਇਹ ਗੱਲਾਂ ਬੜੀਆਂ ਹਾਸੋਹੀਣੀਆਂ ਨੇ। ਸੋ ਸਮੁੱਚੇ ਤੌਰ 'ਤੇ ਅਖੀਰ 'ਚ ਕੀ ਕਹਿਣਾ ਚਾਹੋਗੇ? ਅਖੀਰ ਮੈਂ ਕਹੂੰਗਾ ਜਿਹੜੇ ਕੌਂਸਟੇਟ ਨੂੰ ਬੜੀ ਫਿਕਰ ਸੀ ਕਿ ਕਾਮਾਗਾਟਾ ਮਾਰੂ ਯਾਦਗਾਰ ਜਿਹੜੀ ਆ ਉਸ ਦੀ ਬੇਖੁਰਮਤੀ ਕਬੂਤਰ ਕਰ ਰਹੇ ਨੇ ਬਿੱਠਾਂ ਕਰਕੇ ਜੀ, ਉਹ ਅਸੀਂ ਹਿੰਦੀ ਦੀਆਂ ਕਲਾਸਾਂ 'ਤੇ ਲਾਉਂਦੇ ਹੀ ਨੇ। ਹੁਣ ਨਿਸ਼ਾਨਚੀਆਂ ਦੇ ਵੀ ਕਲਾਸਾਂ ਲਾਉਣੀ ਸ਼ੁਰੂ ਕਰ ਦੇਣ, ਜਾਂ ਖਾਲਸਾ ਯੂਨੀਵਰਸਿਟੀ ਨਾਲ ਗੱਲ ਕਰ ਲੈਣ, ਮੋਡਰੇਟਰਾਂ ਨਾਲ ਗੱਲ ਕਰ ਲੈਣ ਜਿਹਨਾਂ ਨੂੰ ਬੜੀ ਫਿਕਰ ਆ, ਉੱਥੇ ਕਲਾਸਾਂ ਲਵਾਉਣ ਕਿ ਕਿਵੇਂ ਨਿਸ਼ਾਨਾ ਲਾਈਦਾ ਹੁੰਦਾ। ਉਹਨਾਂ ਦੀ ਡਿਊਟੀ ਲਾਓ ਕਿ ਉੱਥੇ ਕਬੂਤਰਾਂ ਨੂੰ ਫੁੰਡਣ, ਜਦੋਂ ਬਾਅਦ 'ਚ ਕਬੂਤਰ ਫੁੰਡੇ ਜਾਣ ਤੇ ਫਿਰ ਉਹਨਾਂ ਨੂੰ ਭੁੰਨ ਭੰਨ ਕੇ ਖਾ ਖੂ ਲਓ। ਸੋ ਬੜਾ ਸੌਖਾ ਜਿਹਾ ਤਰੀਕਾ, ਜੇ ਇੰਨੀ ਤੁਹਾਨੂੰ ਫਿਕਰ ਆ ਉਸ ਯਾਦਗਾਰ ਨੂੰ ਬਚਾਉਣ ਦੀ। ਪਰ ਇਹਦੇ ਨਾਲ ਗੱਲ ਨਹੀਂ ਬਣਨੀ, ਇਹ ਤਾਂ ਚਲੋ ਕੁਦਰਤੀ ਵਰਤਾਰਾ, ਜਿਹੜੀ ਅੰਦਰਲੀ ਮਨ ਦੀ ਮੈਲ ਆ ਉਹਨੂੰ ਦੂਰ ਕਰੋ, ਇਹੀ ਬੇਨਤੀ ਹੈ। ਬਹੁਤ ਸ਼ੁਕਰੀਆ ਜੀ। ਗੱਲ ਬੜੀ ਦਿਲਚਸਪੀ ਹੈ, ਬਹੁਤ ਨੁਕਤੇ ਦੇ ਨਾਲ ਇਸ ਗੱਲ ਨੂੰ ਜੇ ਸਮੇਟੀਏ ਤਾਂ ਇਹ ਹੈ ਕਿ ਇੱਕ ਕੁਦਰਤ ਤੇ ਇੱਕ ਮਨੁੱਖ, ਕੁਦਰਤ ਕਦੇ ਵਿਤਕਰਾ ਨਹੀਂ ਕਰਦੀ, ਕੁਦਰਤ ਲਈ ਸਭ ਕੁਝ ਬਰਾਬਰ ਹੈ, ਕੁਦਰਤੀ ਜੀਵਾਂ ਲਈ, ਪਰ ਮਨੁੱਖ ਹੀ ਹੈ ਜਿਹੜਾ ਵਿਤਕਰਾ ਕਰਦਾ। ਤੇ ਇਸ ਵਿਤਕਰੇ ਦੇ ਖਿਲਾਫ ਲੜਨਾ ਵੀ ਸਾਡਾ ਹੀ ਫਰਜ਼ ਹੈ। ਜੇ ਅਸੀਂ ਗੁਰਬਾਣੀ ਦੀ ਸੇਧ ਲੈਂਦੇ ਹਾਂ, ਜਾਂ ਅਸੀਂ ਜੇ ਅੱਜ ਮਾਰਟਨ ਲੂਥਰ ਕਿੰਗ ਜਾਂ ਮਾਰਟਨ ਨੋਮਲਰ ਦੀ ਗੱਲ ਕੀਤੀ ਹੈ, ਇੱਕ ਵਾਰ ਫਿਰ ਉਹਨਾਂ ਦੇ ਜਨਮ ਦਿਨ 'ਤੇ ਮੁਬਾਰਕਬਾਦ ਦਿੰਦੇ ਆ। ਇਹ ਕਹਾਂਗੇ ਕਿ ਉਹ ਕਾਲਿਆਂ ਦੇ ਨਾਲ ਹੋਏ ਧੱਕੇ ਖਿਲਾਫ ਲੜੇ, ਪਰ ਅੱਜ ਕਿਸੇ ਨਾਲ ਵੀ ਨਸਲਵਾਦ ਹੋ ਰਿਹਾ ਤੇ ਉਸ ਖਿਲਾਫ ਲੜੀਏ, ਤੇ ਜੇ ਕਾਲੇ ਕਾਨੂੰਨ ਨੇ ਉਹਨਾਂ ਖਿਲਾਫ ਵੀ ਲੜੀਏ। ਜੇ ਇਹ ਉਪਰਾਲਾ ਗੁਰਪ੍ਰੀਤ ਸਿੰਘ ਜੀ ਤੇ ਇਹਨਾਂ ਦੇ ਨਾਲ ਰੈਡੀਕਲ ਦੇਸੀ ਵੱਲੋਂ ਕੀਤਾ ਜਾ ਰਿਹਾ ਕਿ ਆਉਂਦੇ ਐਤਵਾਰ ਨੂੰ ਜਿਹੜਾ ਹੈ ਇੰਡੀਅਨ ਕੌਂਸਲੇਟ ਦੇ ਸਰੀ ਸਥਿਤ ਵੀਜ਼ਾ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਇਸ ਲਈ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ, ਇਹ ਵਧਾਈ ਦੇ ਪਾਤਰ ਨੇ। ਅਸੀਂ ਇਸ ਗੱਲ 'ਤੇ ਮਾਣ ਮਹਿਸੂਸ ਕਰੀਏ ਕਿ ਸਾਡੀ ਜਿਹੜੀ ਜ਼ੁਬਾਨ ਆਇਡੈਂਟੀ ਹੈ ਨਸਲਵਾਦ ਦੇ ਖਿਲਾਫ, ਅਸੀਂ ਉਸ ਨੂੰ ਵਰਤੀਏ, ਨਾ ਕਿ ਵੱਡੇ ਹਿੱਸੇ ਦਾ ਆਪਣੇ ਆਪ ਨੂੰ ਉਸ ਦਾ ਹਿੱਸਾ ਬਣਾ ਕੇ ਪੇਸ਼ ਕਰੀਏ। ਜਿਵੇਂ ਕਿ ਅਖੀਰ 'ਚ ਮੈਂ ਡਾਕਟਰ ਸਤਿੰਦਰ ਸਰਤਾਜ ਦੇ 2 ਲਫ਼ਜ਼ ਨੇ ਬੜੇ ਕਮਾਲ ਦੇ ਨੇ, ਢੁਕਦੇ ਨੇ ਇਸ ਗੱਲ 'ਤੇ, ਵੇਖੋ ਕਿਹੋ ਜਿਹਾ ਰੰਗ ਚੜ੍ਹਿਆ ਨੌਜਵਾਨਾਂ ਉੱਤੇ, ਮਾਣ ਭੋਰਾ ਵੀ ਨਹੀਂ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ, 4 ਅੱਖਰਾਂ ਨੂੰ ਬੋਲਣੇ ਦਾ ਕੋਲ ਨਹੀਂ ਉਹ ਸਮਾਂ, ਨਾਮ ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ, ਨਾਮ ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ, ਪਾਣੀ 5 ਦਰਿਆਵਾਂ ਦਾ ਨਹਿਰੀ ਹੋ ਗਿਆ, ਬੰਦਾ ਸ਼ਹਿਰ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਸੋ ਸੱਚਾਈ ਹੈ, ਸਾਨੂੰ ਆਪਣੀਆਂ ਵਿਰਸੇ ਦੀਆਂ ਚੀਜ਼ਾਂ 'ਤੇ ਮਾਣ ਹੋਵੇ। ਇੰਨੇ ਇੱਕ ਸ਼ਬਦ ਕਹਿੰਦੇ ਆ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤਹਿ ਦਿਲੋਂ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।